ਤੁਸੀਂ ਗਾ ਰਹੇ ਸੀ, ਮੈਂ ਕਹਿੰਦੀ ਹਾਂ ਤੁਸੀਂ ਇੱਕ ਆਪਾਂ ਹੁੰਦਾ ਨਾ ਕੁਰਾਨ ਸ਼ਰੀਫ ਪੜ੍ਹ ਰਹੇ ਹਾਂ ਜਾਂ ਫਿਰ ਕੋਈ ਵੀ ਸਜਦਾ ਕਰਦੇ ਹਾਂ ਰੱਬ ਨੂੰ, ਉਦੋਂ ਆਹ ਚੀਜ਼ ਲਗਾਈ ਜਾਂਦੀ ਹੈ। ਤੁਸੀਂ ਇਹਨੂੰ ਮੱਥਾ ਟੇਕ ਕੇ ਯਾਨੀ ਸਜਦਾ ਕਰਕੇ ਇਹਨੂੰ ਸ਼ੁਰੂ ਕੀਤਾ ਸੀਗਾ। ਇਹ ਹੀਰ ਹੈ ਜੀ, ਮਾਈ ਹੀਰ, ਹੀਰ ਮੀਆਂ ਵਾਰਿਸ ਸ਼ਾਹ ਦੀ। ਔਰ ਇਹਨੂੰ ਤਾਂ ਸਜਦਾ ਕੀਤਾ ਹੀ ਕੀਤਾ, ਵੱਡਿਆਂ ਨੇ ਵੀ ਕੀਤਾ, ਮੈਂ ਵੀ ਕਰਦਾ। ਜਿਨ੍ਹਾਂ ਨੇ ਪੜ੍ਹੀ ਉਹਨਾਂ ਨੇ ਜ਼ਰੂਰ ਸਜਦਾ ਕੀਤਾ। ਕਈਆਂ ਲਈ ਹੀਰ ਤੇ ਰਾਂਝਾ ਮੁੰਡਾ ਕੁੜੀ ਆ, ਪਰ ਨੋ, ਐਸਾ ਕੁਝ ਨਹੀਂ। ਹੀਰ ਕੋਈ ਕੁੜੀ ਨਹੀਂ ਸੀ, ਰਾਂਝਾ ਕੋਈ ਮੁੰਡਾ ਨਹੀਂ ਸੀ। ਇਹ ਪੜ੍ਹੇ ਤੇ ਪਤਾ ਲੱਗੂਗਾ। ਜਿੱਦਾਂ ਇੱਕ ਸ਼ਾਇਰ ਨੇ ਗੱਲ ਲਿਖੀ ਸੀ ਵੀ ਮੁਹੱਬਤ ਇੱਕ ਐਸਾ ਨਗਮਾ ਹੈ ਜੋ ਹਰ ਸਾਜ਼ पे गाया नहीं जाता। ਮੁਹੱਬਤ ਇੱਕ ਐਸਾ ਨਗਮਾ ਹੈ ਜੋ ਹਰ ਸਾਜ਼ पे गाया नहीं जाता। ਇਹ ਦੋ ਲਾਈਨਾਂ ਕਿਸੇ ਸ਼ਾਇਰ ਨੇ ਲਿਖਤੀਆਂ। ਫਿਰ ਉਸ ਤੋਂ ਕਾਫੀ ਟਾਈਮ ਬਾਅਦ ਕਿਸੇ ਹੋਰ ਸ਼ਾਇਰ ਨੇ ਇਹਦਾ ਜਵਾਬ ਦਿੱਤਾ, ਜੇ मान गए हजूर मोहब्बत एक ऐसा नगमा है ये हर साज पे गाया नहीं जाता, पर माफ़ करना मोहब्बत की जाती है, इसके बारे में समझाया नहीं जाता। है ना, मैं समझा नहीं सकता, इसलिए ये तो पढ़नी पऊ, फिर पता लगू ये लिखिया की है, की कहती है हीर। और जिन्हों ने पढ़ी है, जिन्हें पढ़ ली हीर तो हो गए फकीर। ਏਸ਼ੀਆ ਦਾ ਨੰਬਰ 1 ਖੇਡ ਮੇਲਾ ਹੁੰਦਾ ਇੱਥੇ। ਕਿਤਾਬਾਂ ਦੇ ਵਿੱਚ ਵੀ ਜ਼ਿਕਰ ਆਇਆ ਹੋਇਆ ਕਿਲਾ ਰੈਪਰ ਦੀਆਂ ਖੇਡਾਂ ਦਾ। ਦੰਗਲ ਫਿਲਮ ਇੱਥੇ ਬਣੀ, ਸੁਲਤਾਨ ਫਿਲਮ ਇੱਥੇ ਬਣੀ, ਹਾਕੀ ਫਿਲਮ ਬਣੀ, ਐਂਡ ਗਗਨ ਅਨਮੋਲ ਜੀ ਦਾ ਗੀਤ ਸੀ ਇੱਕ, ਕੋਕਾ ਕੋਲਾ ਪੀਣ ਵਾਲੀ, ਸਮਝੀ ਨਾ ਜੱਟੀ ਦੁੱਧ ਨਾ ਬਦਾਮ, ਅਨੇਕਾਂ। ਔਰ 84 ਜਾਂ 85 ਸਾਲ ਹੋ ਗਏ ਮੇਰੇ ਪਿੰਡ ਦੇ ਖੇਡਾਂ ਹੁੰਦੀਆਂ ਨੂੰ, ਇੰਨਾ ਪੁਰਾਣਾ ਹੈ। ਮਹਾਭਾਰਤ 'ਚ ਭੀਮ ਜੀ ਸੀਗੇ, ਉਹ ਵੀ ਇੱਥੇ ਸ਼ਾਰਟ ਪੁੱਟ ਕਰਕੇ ਗਏ। ਐਂਡ ਸੁਨੀਲ ਦੱਤ ਸਾਹਿਬ ਉਹ ਰੀਵਨ ਕੱਟ ਕੇ ਗਏ ਸੀ ਜਦੋਂ ਖੇਡ ਮੰਤਰੀ ਸਨ। ਮੈਂ ਕਹਿੰਦੀ ਘਰ ਦੀ ਜ਼ਿੰਮੇਵਾਰੀ ਹੈ, ਜਿਵੇਂ ਤੁਸੀਂ ਦੱਸਿਆ ਫਾਦਰ ਸਾਹਿਬ ਨਹੀਂ ਹੈਗੇ, ਘਰ ਦੀ ਜ਼ਿੰਮੇਵਾਰੀ ਵੀ ਬਹੁਤ ਬਣਦੀ ਆ। ਅਤੇ ਕਿਵੇਂ ਮੈਨੇਜ ਹੁੰਦਾ, ਕਿਵੇਂ ਕਰਦੇ ਹੋ ਸਭ ਕੁਛ? ਮੈਨੇਜ ਇੱਦਾਂ ਜੀ, ਮੇਰਾ ਨਾਲ ਇੱਕ ਡੀਜ਼ੇ ਟੀਮ ਆ, ਡੀਜ਼ੇ ਰੂਬੀ ਦੇ ਨਾਮ 'ਤੇ। ਉੱਥੋਂ ਸਰਦੀਆਂ ਵਿੱਚ ਜਿੱਦਾਂ ਹੁੰਦੇ ਆ ਵਿਆਹ ਸ਼ਾਦੀਆਂ ਦੇ ਫੰਕਸ਼ਨ, ਉੱਥੇ ਮੈਂ ਬਤੌਰ ਹੋਸਟ ਕੰਮ ਕਰਦਾ। ਆਲੇ ਦੁਆਲੇ ਹੋਰ ਟੀਮਾਂ ਨਾਲ ਵੀ ਮੈਂ ਕੰਮ ਕਰਦਾ। ਭੰਗੜੇ ਨੇ ਮੈਨੂੰ ਬਚਾਇਆ ਹੋਇਆ, ਮੈਂ ਬਹੁਤ ਕੁਛ ਦਿੱਤਾ। ਭੰਗੜਾ ਟੀਮ ਜਿੱਦਾਂ ਵਿਆਹ ਦੇ ਵਿੱਚ ਫੰਕਸ਼ਨ ਹੁੰਦੇ ਆ, ਉੱਥੋਂ ਬਹੁਤ ਕੁਛ ਮਿਲਿਆ, ਸਰੋਤੇ ਵੀ ਮਿਲੇ ਨੇ ਅਣਮੁੱਲੇ, ਅਤੇ ਪੈਸਾ ਵੀ ਕਮਾਇਆ, ਉਹਦੇ ਨਾਲ ਘਰ ਚੱਲੀ ਜਾ ਰਿਹਾ। ਬਸ ਇੱਦਾਂ ਮੈਂ ਜਾ ਕੇ ਆਇਆ ਬਾਈ ਜੀ ਦੇ ਘਰੇ ਚੰਡੀਗੜ੍ਹ, ਅਤੇ ਵਾਰਤਾਲਾਪ ਨਹੀਂ ਹੋਏ, ਬਸ ਮੈਂ ਸਜਦਾ ਸਲਾਮ, ਉਹਨਾਂ ਨੇ ਮੇਰੇ ਪੈਰੀ ਹੱਥ ਲਾਤੇ। ਅੱਲਾ ਜਾਣੇ ਕਿਉਂ, ਮੈਂ ਵੀ ਝੁੱਕ ਕੇ 2 ਵਾਰ, ਮੈਂ ਤਾਂ ਲਾਉਣੀ ਸੀ, ਮੈਂ ਪੈਰੀ ਹੱਥੀ ਲਾਉਣ ਗਿਆ ਸੀ। ਮੈਂ ਕੋਈ ਨਜ਼ਰਾਨਾ ਲੈ ਕੇ ਗਿਆ ਉਹਨਾਂ ਲਈ, ਅਤੇ ਉਹਨਾਂ ਨੇ ਬਿਸਮਿਲ੍ਲਾ ਕੀਤਾ। ਉਹਨਾਂ ਨੇ ਵੀ ਮੈਨੂੰ ਕੁਛ ਦਿੱਤਾ, ਪਰ ਮੈਂ ਜਵਾਬ ਦਿੱਤਾ, ਕਹਿੰਦੇ ਨਹੀਂ, ਤੂੰ ਮੇਰੇ ਲਈ ਲੈ ਕੇ ਆਇਆ, ਜੋ ਮੈਨੂੰ ਦਿੱਤਾ ਮੈਂ ਬੋਲਿਆ, ਅਤੇ ਜੋ ਮੈਂ ਦੇ ਰਿਹਾ ਤੂੰ ਵੀ ਲੈ। ਪਿਆਰ ਦਿੱਤਾ, ਵੱਡੀ ਗੱਲ ਹੈ। ਮੇਰੇ ਸਿਰ 'ਤੇ ਹੱਥ ਰੱਖਿਆ, ਅਤੇ ਵਾਰਤਾਲਾਪ ਨਹੀਂ ਸਾਡੇ ਹੋਏ, ਕਿਉਂਕਿ ਉਹ ਬਿਮਾਰ ਸੀ। ਉਹ ਕਹਿੰਦੇ ਪੁੱਤ ਮੈਂ ਡਾਕਟਰ ਤੋਂ ਟਾਈਮ ਲਿੱਤਾ ਅਤੇ ਵੀ ਮੈਂ ਫਿਰ ਲੇਟ ਹੋ ਜਾਊਂਗਾ। ਵੱਡੀ ਗੱਲ ਇਹ ਆ ਕਿ ਜਿਹਨੂੰ ਮੁਹੱਬਤ ਕਰਦੇ ਹੋਈ ਉਹ ਮਾੜਾ ਜਿਹਾ ਦਿਸ ਜਾਵੇ, ਉਹੀ ਬਹੁਤ ਹੁੰਦਾ। ਕੀ ਹੋਇਆ ਜੇ 4 ਦਿਨ ਤੰਗੀ ਦੇ ਆ ਗਏ, ਅਗਲੀ ਰੁੱਤ 'ਤੇ ਯਕੀਨ ਰੱਖੀ। ਮੈਂ ਆਪਦੇ ਆਪ ਨੂੰ ਵੀ ਕਹਿਣਾ ਵੀ ਹਜੇ ਨਹੀਂ ਗੱਲ ਬਣੀ, ਮੈਂ ਸਫ਼ਰ ਕਰ ਰਿਹਾ, ਮੈਂ ਚੱਲੀ ਜਾਣਾ, ਸਫ਼ਰ ਕਰੀ ਜਾਣਾ। ਕੀ ਹੋਇਆ 4 ਦਿਨ ਤੰਗੀ ਦੇ ਆ ਗਏ, ਅਗਲੀ ਰੁੱਤ 'ਤੇ ਯਕੀਨ ਰੱਖੀ। ਮੈਂ ਲੈ ਕੇ ਆਊਂ ਕਲਮਾਂ ਗੁਲਾਬ ਦੀਆਂ, ਬਸ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਮੈਂ ਲੈ ਕੇ ਆਊਂ ਕਲਮਾਂ ਗੁਲਾਬ ਦੀਆਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸਿੱਧੂ ਮੂਸੇਵਾਲਾ ਜੀ ਸਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਦਿਲਾਂ ਦੇ ਵਿੱਚ ਬੋਲਦੇ ਨੇ, ਵੱਜੀ ਜਾਣਾ ਉਹਨਾਂ ਨੇ। ਜਿੱਦਾਂ ਸ਼ਿਵ ਕੁਮਾਰ ਜੀ ਦਾ ਬਟਾਲਵੀ ਸਾਹਿਬ ਦੀ ਗੱਲ ਸੀ ਵੀ ਜੋਬਨ ਰੁੱਤੇ ਜੋ ਵੀ ਮਰਦਾ, ਰੁੱਖ ਬਣੇ ਜਾਂ ਤਾਰਾ, ਜੋਬਨ ਰੁੱਤੇ ਜਾਂ ਤਾਂ ਕੋਈ ਆਸ਼ਕ ਮਰੇ ਜਾਂ ਕੋਈ ਕਰਮਾਂ ਵਾਲਾ। ਬਸ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀਆਂ ਇਹੀ ਲਾਈਨਾਂ ਕਹਿ ਸਕਦਾ। ਹੁਣ ਸਿੱਧੂ ਵੀਰ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਵਾਸ ਦੇਵੇ, ਹੀ ਕਹਿ ਸਕਦਾ। ਹਾਂ, ਇੰਡਸਟਰੀ ਦਾ ਬਹੁਤ ਵੱਡਾ ਗਵਈਆ, ਬਹੁਤ ਵੱਡਾ ਲਿਖਾਰੀ ਸਾਤੋਂ ਜੁਦਾ ਹੋ ਗਿਆ। ਔਰ ਉਦੋਂ ਵੀ ਦੁੱਖਦਾਇਕ ਇਹ ਆ ਵੀ ਇੱਕ ਮਾਂ ਦਾ ਪੁੱਤ ਜੁਦਾ ਹੋ ਗਿਆ ਮਾਪਿਆਂ ਦਾ। ਬਸ ਮੈਂ ਇਸੇ ਹੀ ਕਹਿ ਸਕਦਾ। ਕਿਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ, ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਸਕੂਨ ਮਿਲਦਾ, ਜਾਂ ਕਿਹੜੇ ਤੁਹਾਡੇ ਉਸਤਾਦ ਨੇ? ਉਸਤਾਦ ਪਹਿਲਾਂ ਤਾਂ ਮੇਰੇ ਡੈਡ ਨੇ ਜੀ, ਫਿਰ ਉਹਨਾਂ ਤੋਂ ਬਾਅਦ ਮੈਂ ਮਲੇਰਕੋਟਲਾ ਸਾਜਨ ਅਲੀ ਜੀ ਬਹੁਤ ਵੱਡੇ ਇਕਬਾਲ ਨੇ, ਉਹਨਾਂ ਤੋਂ ਸਿੱਖਿਆ। ਹੁਣ ਵੀ ਜਾਂਦਾ, ਕਲਾਸਾਂ ਲਾਉਣਾ, ਮੈਂ ਸਿੱਖਦਾ। ਔਰ ਮੈਂ ਕੋਸ਼ਿਸ਼ ਇਹੀ ਕਰਦਾ ਵੀ ਮੈਂ ਸਟੂਡੈਂਟ ਹੀ ਰਹਾਂ, ਸਿੱਖੀ ਜਾਵਾਂ। ਮੈਂ ਸਿੱਖਦਾ ਅਤੇ ਸੁਣਨਾ ਤਾਂ ਸਾਰਿਆਂ ਨੂੰ ਹੀ ਸੁਣ ਲਈਦਾ। ਸਿੱਧੂ ਸਾਹਿਬ ਨੂੰ ਵੀ ਸੁਣਿਆ, ਮੂਸੇ ਵਾਲੇ ਨੂੰ ਸੁਣਿਆ, 295 ਕਈ ਵਾਰ ਸੁਣਿਆ। ਹਾਂ, ਗੁੱਡ ਮੈਸੇਜ ਸੀਗਾ, ਚੋ ਗੁੱਡ ਗੱਲਾਂ। ਸਿੱਧੂ ਬਾਈ ਜੀ ਨੂੰ ਸੁਣਿਆ, ਸਭ ਨੂੰ ਸੁਣ ਲੈਣਾ। ਪਰ ਗੁਰਦਾਸ ਮਾਨ ਜੀ ਐਂਡ ਬੱਬੂ ਬਾਈ ਜੀ, ਬੱਬੂ ਮਾਨ ਜੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼। ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਦੋਸਤੋ ਦੱਸ ਦੇਵਾਂ, ਅੱਜ ਮੈਂ ਮਿਨੀ ਓਲੰਪਿਕ ਯਾਨੀ ਕਿ ਜਿਸ ਪਿੰਡ ਨੂੰ ਮਿਨੀ ਓਲੰਪਿਕ ਦਾ ਨਾਮ ਦਿੱਤਾ ਗਿਆ ਕਿਲ੍ਹਾ ਰਾਏਪੁਰ ਦੇ ਵਿੱਚ ਮੌਜੂਦ ਹਾਂ। ਦੇਖ ਰਹੇ ਹੋ ਵੀਰ ਜੀ ਪਿੱਛੇ ਹਾਰਮੋਨੀਅਮ ਵਜਾ ਰਹੇ ਨੇ, ਹੀਰ ਗਾ ਰਹੇ ਨੇ, ਬਹੁਤ ਸੋਹਣੀ ਆਵਾਜ਼ ਆ ਉਹਨਾਂ ਦੀ। ਤੇ ਅੱਜ ਖਾਸ ਇਹਨਾਂ ਕੋਲ ਪਹੁੰਚੀ ਹਾਂ। ਆਵਾਜ਼ ਦੇ ਵਿੱਚ ਇੱਕ ਦਰਦ ਤੁਹਾਨੂੰ ਵੀ ਮਹਿਸੂਸ ਹੋਏਗਾ। ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੁਸੀਂ ਪਹਿਲਾਂ ਵੀ ਵੀਰੇ ਨੂੰ ਵੇਖਿਆ ਹੋਏਗਾ ਤੇ ਅੱਜ ਦੇ ਉਹਨਾਂ ਦੇ ਹਾਲਾਤ ਕੀ ਨੇ, ਕਿੱਥੇ ਤੱਕ ਪਹੁੰਚ ਚੁੱਕੇ ਨੇ, ਸਾਰੀ ਗੱਲਬਾਤ ਕਰਾਂਗੇ। ਦੇਖ ਸਕਦੇ ਹੋ ਦਰਗਾਹ ਦੇ ਵਿੱਚੋਂ ਬੈਠੇ ਹੋਏ ਨੇ। ਦਰਗਾਹ ਵਿੱਚ ਬੈਠ ਕੇ ਇੱਥੇ ਮੈਂ ਕਹਿੰਦੀ ਹਾਂ ਸੇਵਾਦਾਰ ਦੀ ਜਿਹੜੀ ਨੌਕਰੀ ਹੈ ਨਾ ਉਹ ਨਿਭਾ ਰਹੇ ਨੇ, ਯਾਨੀ ਸੇਵਾ ਕਰਦੇ ਨੇ, ਦਰਗਾਹਾਂ 'ਤੇ ਜਾ ਕੇ ਗਾਉਂਦੇ ਨੇ, ਪ੍ਰੋਗਰਾਮ ਲਗਾਉਂਦੇ ਨੇ। ਫਿਰ ਮੈਂ ਕਹਿੰਦੀ ਹਾਂ ਇਸ ਪਿੰਡ ਦੀ ਜੇ ਗੱਲ ਕਰ ਦਿੱਤੀ ਜਾਵੇ ਨਾ, ਵੱਡੇ ਵੱਡੇ ਸਟਾਰ ਯਾਨੀ ਵਿੱਕੀ ਕੌਸ਼ਲ ਹੋ ਗਏ, ਅਨਮੋਲ ਗਗਨਮਾਨ ਹੋ ਗਏ, ਸਾਰੇ ਜਿਹੜੇ ਹੈ ਇੱਥੇ ਆ ਕੇ ਸ਼ੂਟਿੰਗ ਕਰ ਚੁੱਕੇ ਅਤੇ ਇੱਥੋਂ ਵੀ ਕਈ ਉੱਗੇ ਨੇ। ਤੇ ਇਸ ਪਿੰਡ ਨੇ ਬੜਾ ਕੁਝ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਇਸ ਪਿੰਡ ਨੂੰ ਦਿੱਤਾ। ਤੇ ਇਸ ਵੀਰ ਦੇ ਵਿੱਚ ਵੀ ਬਹੁਤ ਟੈਲੈਂਟ ਆ। ਆਪਾਂ ਸਾਰੀ ਗੱਲਬਾਤ ਕਰਦੇ ਹਾਂ, ਇਹਨਾਂ ਦੀ ਪਹਿਲਾਂ ਤਾਂ ਆਵਾਜ਼ ਸੁਣਦੇ ਹਾਂ ਤੇ ਹੋਰ ਵੀ ਗੱਲਾਂ ਬਾਤਾਂ ਜ਼ਰੂਰ ਤੁਹਾਨੂੰ ਮੈਂ ਕਹਾਂਗੀ ਪਸੰਦ ਆਉਣਗੀਆਂ। ਬਣੇ ਰਹੀਓ ਤੁਸੀਂ ਪੰਜਾਬ ਨਿਊਜ਼ ਦੇ ਨਾਲ। ਪਹਿਲਾਂ ਸਵਾਗਤ ਕਰਦੇ ਹਾਂ ਵੀਰ ਜੀ ਦਾ। ਵਿਰਾਜ ਨਾਮ ਹੈ ਵੀਰ ਜੀ ਦਾ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ। ਸਿਹਤਾਂ ਕਿਵੇਂ ਨੇ? ਸਿਹਤ ਠੀਕ ਹੈ ਜੀ, ਘਰ ਪਰਿਵਾਰ ਸਭ ਬਹੁਤ ਚੰਗਾ। ਮੈਂ ਕਹਿੰਦੀ ਜਦੋਂ ਅਸੀਂ ਆਏ ਸੀ ਨਾ, ਇੱਕ ਪੋਜ਼ੀਟਿਵਿਟੀ ਸੀ ਤੁਹਾਡੇ ਗੱਲ ਕਰਨ ਦੇ ਤਰੀਕੇ ਦੇ ਵਿੱਚ। ਜਦੋਂ ਮਤਲਬ ਤੁਹਾਡੇ ਨਾਲ ਗੱਲ ਕਰਦੇ ਆ ਨਾ, ਇੱਕ ਮਤਲਬ ਆਵਾਜ਼ ਕੁਝ ਕਹਿ ਸਕਦੇ ਉੱਦਾਂ ਦੀ ਹੈ ਕਿ ਮਤਲਬ ਚੰਗਾ ਲੱਗਦਾ ਕਿ ਬਸ ਸੁਣੀ ਜਾਈਏ ਸੁਣੀ ਜਾਈਏ। ਕਿਸੇ ਨੇ ਕਦੇ ਕਿਹਾ ਤੁਹਾਨੂੰ ਇਹ ਚੀਜ਼? ਤੁਸੀਂ ਕਹੀ ਹੈ ਜੀ। ਅੱਛਾ ਵੀਰ ਜੀ, ਤੁਸੀਂ ਗਾ ਰਹੇ ਸੀ, ਮੈਂ ਕਹਿੰਦੀ ਹਾਂ ਤੁਸੀਂ ਇੱਕ ਆਪਾਂ ਹੁੰਦਾ ਨਾ ਕੁਰਾਨ ਸ਼ਰੀਫ ਪੜ੍ਹ ਰਹੇ ਹਾਂ ਜਾਂ ਫਿਰ ਕੋਈ ਵੀ ਸਜਦਾ ਕਰਦੇ ਹਾਂ ਰੱਬ ਨੂੰ, ਉਦੋਂ ਆਹ ਚੀਜ਼ ਲਗਾਈ ਜਾਂਦੀ ਹੈ। ਅਤੇ ਇੱਕ ਤੁਸੀਂ ਮੈਂ ਇੱਕ ਹੋਰ ਚੀਜ਼ ਸ਼ਾਰਟ ਵੀ ਚੱਲ ਰਿਹਾ ਹੋਏਗਾ, ਤੁਸੀਂ ਇਹਨੂੰ ਮੱਥਾ ਟੇਕ ਕੇ ਯਾਨੀ ਸਜਦਾ ਕਰਕੇ ਇਹਨੂੰ ਸ਼ੁਰੂ ਕੀਤਾ ਸੀਗਾ। ਇਹ ਹੀਰ ਹੈ ਜੀ, ਮਾਈ ਹੀਰ, ਹੀਰ ਮੀਆਂ ਵਾਰਿਸ ਸ਼ਾਹ ਦੀ। ਔਰ ਇਹਨੂੰ ਤਾਂ ਸਜਦਾ ਕੀਤਾ ਹੀ ਕੀਤਾ, ਵੱਡਿਆਂ ਨੇ ਵੀ ਕੀਤਾ, ਮੈਂ ਵੀ ਕਰਦਾ। ਜਿਨ੍ਹਾਂ ਨੇ ਪੜ੍ਹੀ ਉਹਨਾਂ ਨੇ ਜ਼ਰੂਰ ਸਜਦਾ ਕੀਤਾ। ਕਈਆਂ ਲਈ ਹੀਰ ਅਤੇ ਰਾਂਝਾ ਮੁੰਡਾ ਕੁੜੀ ਆ, ਪਰ ਨੋ ਐਸਾ ਕੁਝ ਨਹੀਂ। ਹੀਰ ਕੋਈ ਕੁੜੀ ਨਹੀਂ ਸੀ, ਰਾਂਝਾ ਕੋਈ ਮੁੰਡਾ ਨਹੀਂ ਸੀ। ਇਹ ਪੜ੍ਹੇ ਤੇ ਪਤਾ ਲੱਗੂਗਾ। ਜਿੱਦਾਂ ਇੱਕ ਸ਼ਾਇਰ ਨੇ ਗੱਲ ਲਿਖੀ ਸੀ ਵੀ ਮੁਹੱਬਤ ਇੱਕ ਐਸਾ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੁਹੱਬਤ ਇੱਕ ਐਸਾ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਇਹ ਦੋ ਲਾਈਨਾਂ ਕਿਸੇ ਸ਼ਾਇਰ ਨੇ ਲਿਖਤੀਆਂ। ਫਿਰ ਉਸ ਤੋਂ ਕਾਫੀ ਟਾਈਮ ਬਾਅਦ ਕਿਸੇ ਹੋਰ ਸ਼ਾਇਰ ਨੇ ਇਹਦਾ ਜਵਾਬ ਦਿੱਤਾ, ਜੇ ਮਾਨ ਗਏ ਹਜ਼ੂਰ ਮੁਹੱਬਤ ਇੱਕ ਐਸਾ ਨਗਮਾ ਹੈ ਜੇ ਹਰ ਸਾਜ਼ पे गाया नहीं जाता पर माफ़ करना मोहब्बत की जाती है। इसके बारे में समझाया नहीं जाता है ना, मैं समझा नहीं सकता, इसलिए ये तो पढ़नी पऊ, फिर पता लगू ਇਹਦੇ ਵਿੱਚ ਲਿਖਿਆ ਕੀ ਹੈ, ਕੀ ਕਹਿੰਦੀ ਹੈ ਹੀਰ। ਔਰ ਜਿਨ੍ਹਾਂ ਨੇ ਪੜ੍ਹੀ ਹੈ, ਜਿਹਨੇ ਪੜ੍ਹ ਲਈ ਹੀਰ ਤੇ ਉਹ ਹੋ ਗਏ ਫਕੀਰ। ਮੈਂ ਉਹੀ ਕਿਹਾ ਕਿ ਮੈਂ ਕਿਹਾ ਬਤੌਰ ਇੱਥੇ ਸੇਵਾਦਾਰ ਨੇ, ਇਹ ਸੇਵਾ ਨਿਭਾਉਂਦੇ ਨੇ ਉਰੇ ਆ ਕੇ, ਕਿੰਨਾ ਕੁ ਚੰਗਾ ਲੱਗਦਾ, ਸਕੂਨ ਮਿਲਦਾ ਫਿਰ? ਹਾਂਜੀ, ਬਹੁਤ ਸਕੂਨ ਮਿਲਦਾ। ਆਈ ਦਾ ਉਰੇ ਦਾਤਾ ਜੀ ਨੂੰ ਸਜਦਾ ਵੀ ਕਰੀਦਾ, ਝਾੜੂ ਵੀ ਲਾਈਦਾ ਅਤੇ ਆਪਣੇ ਗੁਨਾਹਾਂ ਦੀ ਤੌਬਾ ਵੀ ਕਰੀਦੀ। ਮੇਰੇ ਤੋਂ ਪਹਿਲਾਂ ਮੇਰੇ ਡੈਡ ਹੁੰਦੇ ਸੀਗੇ ਅਤੇ ਉਹ ਵੀ ਸੀਗੇ, ਹੋਰ ਵੀ ਆ, ਆਉਂਦੇ ਜਾਂਦੇ ਆ ਸਾਰੇ। ਟਾਈਮ ਮਿਲਦਾ ਮੈਂ ਵੀ ਆ ਜਾਂਦਾ। ਮੈਂ ਨਾ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਪਿੰਡ ਨੇ ਬਹੁਤ ਸਾਰਾ ਕੁਛ ਦਿੱਤਾ ਵੀ ਹੈ ਅਤੇ ਇੱਥੋਂ ਬੜੇ ਜਣੇ ਉੱਗੇ ਵੀ ਨੇ, ਜਿੱਦਾਂ ਵੱਡੇ ਵੱਡੇ ਕਲਾਕਾਰ ਆ ਕੇ ਇੱਥੇ ਸ਼ੂਟਿੰਗ ਵੀ ਕਰਦੇ ਨੇ। ਆਪਣੇ ਪਿੰਡ ਬਾਰੇ ਤੁਸੀਂ ਕੀ ਜਾਣਦੇ ਹੋ ਅਤੇ ਕਿੰਨਾ ਕੁ ਮੈਂ ਕਹਿੰਦੀ ਹਾਂ ਦੱਸਣਾ ਚਾਹੁੰਦੇ ਹੋ? ਪਿੰਡ ਇਹ ਹੈ ਜੀ, ਪਿੰਡ ਤਾਂ ਮੇਰੀ ਜਾਨ ਹੈ ਔਰ ਮੈਂ ਪਿੰਡ ਦੇ ਵਿੱਚ ਆ। ਉੱਦਾਂ ਵੀ ਪਿੰਡ ਮੇਰਾ ਕਿਲ੍ਹਾ ਰਾਏਪੁਰ, ਏਸ਼ੀਆ ਦਾ ਨੰਬਰ 1 ਖੇਡ ਮੇਲਾ ਹੁੰਦਾ ਇੱਥੇ। ਕਿਤਾਬਾਂ ਦੇ ਵਿੱਚ ਵੀ ਜ਼ਿਕਰ ਆਇਆ ਹੋਇਆ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ। ਦੰਗਲ ਫਿਲਮ ਇੱਥੇ ਬਣੀ, ਸੁਲਤਾਨ ਫਿਲਮ ਇੱਥੇ ਬਣੀ, ਹਾਕੀ ਫਿਲਮ ਬਣੀ, ਐਂਡ ਗਗਨ ਅਨਮੋਲ ਜੀ ਦਾ ਗੀਤ ਸੀ ਇੱਕ, ਕੋਕਾ ਕੋਲਾ ਪੀਣ ਵਾਲੀ, ਸਮਝੀ ਨਾ ਜੱਟੀ ਦੁੱਧ ਨਾ ਬਦਾਮ, ਅਨੇਕਾਂ। ਔਰ 84 ਜਾਂ 85 ਸਾਲ ਹੋ ਗਏ ਮੇਰੇ ਪਿੰਡ ਦੇ ਖੇਡਾਂ ਹੁੰਦੀਆਂ ਨੂੰ, ਇੰਨਾ ਪੁਰਾਣਾ ਹੈ ਇਹ। ਮਹਾਭਾਰਤ 'ਚ ਭੀਮ ਜੀ ਸੀਗੇ, ਉਹ ਵੀ ਇੱਥੇ ਸ਼ਾਰਟ ਪੁੱਟ ਕਰਕੇ ਗਏ। ਐਂਡ ਸੁਨੀਲ ਦੱਤ ਸਾਹਿਬ ਉਹ ਰੀਵਨ ਕੱਟ ਕੇ ਗਏ ਸੀ ਜਦੋਂ ਖੇਡ ਮੰਤਰੀ ਸਨ। ਬੇਹੱਦ ਏਸ਼ੀਆ ਦਾ ਨੰਬਰ 1 ਹੈ ਜੀ ਮੇਰਾ ਪਿੰਡ। ਗਰੇਵਾਲ ਸਪੋਰਟਸ ਹੁੰਦੇ ਨੇ ਇੱਥੇ ਬਹੁਤ ਤਕੜੇ। ਅੱਛਾ, ਮੈਂ ਕਹਾਂਗੀ ਦਰਸ਼ਕ ਉਡੀਕ ਰਹੇ ਨੇ, ਕੁਛ ਸੁਣਾ ਦਿਓ ਜਾਂ ਤਾਂ ਸ਼ੁਰੂਆਤ ਕੀਤੀ ਜਾਵੇ। ਫਿਰ ਸ਼ੁਰੂਆਤ ਮੈਂ ਹੀਰ ਪੜ੍ਹੀ, ਉਹਦੇ ਵਿੱਚੋਂ ਕੀ ਲੱਭਿਆ ਮੈਂ ਉਹ ਸੁਣਾ ਦਿੰਦਾ। 2015 'ਚ ਇੱਕ ਟਰੈਕ ਕੀਤਾ ਸੀ ਹੀਰ ਦਾ, ਉਹ ਸੁਣਾ ਦਿੰਦਾ। ਰਾਂਝੇ ਦੇ ਬੋਲ 5 ਪੀਰਾਂ ਤਾਈਂ। ਮੈਨੂੰ ਹੀਰ ਦਾ ਇਸ਼ਕ ਹੈ, ਹੀਰ ਬਖਸ਼ੋ, ਉਸ ਰੱਬ ਦੇ ਹੋ ਤੁਸੀਂ ਅਮੀਰ ਮੀਆਂ। ਬਖਸ਼ੀ ਧੁਰ ਦਰਗਾਹ ਤੋਂ ਹੀਰ ਤੁਧ ਤਾਈਂ, ਤੂੰ ਸਾਨੂੰ ਯਾਦ ਕਰੀ ਜੇ ਪਵੇ ਪੀੜ ਮੀਆਂ।
ਜਿਵੇਂ ਤੁਸੀਂ ਕਿਹਾ ਕਿ ਹੀਰ ਜਿਹੜੀ ਹੈ ਨਾ ਇਹ ਕੁੜੀ ਮੁੰਡਾ ਸਮਝਦੇ ਸੀਗੇ, ਬਟ ਤੁਸੀਂ ਕੀ ਸਮਝਿਆ ਇਸ ਤੋਂ, ਮੈਨੂੰ ਜ਼ਰੂਰ ਥੋੜ੍ਹਾ ਜਿਹਾ ਦੱਸੋ। ਇਹ ਹੀਰ ਮਾਈ ਹੈ ਜੀ, ਬਸ ਮੀਆਂ ਵਾਰਿਸ ਸ਼ਾਹ ਦੀ ਲਿਖੀ ਹੋਈ ਹੀਰ ਮਾਈ। ਅਸੀਂ ਤਾਂ ਬਹੁਤ ਅਦਬ, ਬਹੁਤ ਸਤਿਕਾਰ, ਮੈਨੂੰ ਮੇਰੇ ਸਾਈਂ ਜੀ ਨੇ ਦੱਸਿਆ ਸੀ ਵੀ ਇਹ ਪੜ੍ਹੇ ਬਿਨਾਂ ਸਕੂਨ ਨਹੀਂ ਮਿਲਣਾ। ਔਰ ਜਦੋਂ ਦਾ ਮੈਂ 2015 ਦਾ ਇਹਨੂੰ ਪੜ੍ਹ ਰਿਹਾ, ਪੜ੍ਹ ਲਈਦਾ, ਹਰ ਰੋਜ਼ ਪੜ੍ਹੀਦਾ ਔਰ ਵਧੀਆ ਲੱਗ ਰਿਹਾ। बस मैं भी क्या मैं जस नहीं सकता, ਮੁਹੱਬਤ की जाती है इसके बारे में समझाया नहीं जाता। ਇਹ ਤਾਂ ਤੁਸੀਂ ਖਰੀਦਿਓ ਬੁੱਕ ਸ਼ਾਪ ਤੋਂ, ਪੜ੍ਹਿਓ, ਫਿਰ ਪਤਾ ਲੱਗੂ। ਠੀਕ ਹੈ, ਜਿਵੇਂ ਆਪਾਂ ਇੱਕ ਗੱਲ ਕਰ ਰਹੇ ਸੀਗੇ, ਸੱਚ ਦੀ ਗੱਲ ਕਰ ਰਹੇ ਸੀ, ਮੈਂ ਕਹਿੰਦੀ ਹਾਂ ਹੁਣ ਹਰ ਇੰਟਰਵਿਊ ਜਿੰਨੇ ਵੀ ਕਰਾਂਗੇ ਨਾ ਉੱਥੇ ਸਿੱਧੂ ਵੀਰ ਜੀ ਦਾ ਜ਼ਿਕਰ ਜ਼ਰੂਰ ਹੋਏਗਾ ਜੀ, ਹੈ ਨਾ। ਅਤੇ ਆਪਾਂ ਇੱਕ ਸੱਚ ਦੀ ਗੱਲ ਕਰ ਰਹੇ ਸੀ ਅਤੇ ਤੁਸੀਂ ਜ਼ਿਕਰ ਕੀਤਾ ਸੀ ਸਿੱਧੂ ਜੀ ਦਾ, ਉਹ ਜ਼ਰੂਰ ਦੱਸੋ। ਸਿੱਧੂ ਮੂਸੇਵਾਲਾ ਜੀ ਸਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰ ਦਿਲਾਂ ਦੇ ਵਿੱਚ ਬੋਲਦੇ ਨੇ, ਵੱਜੀ ਜਾਣਾ ਉਹਨਾਂ ਨੇ। ਜਿੱਦਾਂ ਸ਼ਿਵ ਕੁਮਾਰ ਜੀ ਦਾ ਬਟਾਲਵੀ ਸਾਹਿਬ ਦੀ ਗੱਲ ਸੀ ਵੀ ਜੋਬਨ ਰੁੱਤੇ ਜੋ ਵੀ ਮਰਦਾ ਰੁੱਖ ਬਣੇ ਜਾਂ ਤਾਰਾ, ਜੋਬਨ ਰੁੱਤੇ ਜਾਂ ਤਾਂ ਕੋਈ ਆਸ਼ਕ ਮਰੇ ਜਾਂ ਕੋਈ ਕਰਮਾਂ ਵਾਲਾ। ਬਸ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀਆਂ ਇਹੀ ਲਾਈਨਾਂ ਕਹਿ ਸਕਦਾ। ਹੁਣ ਸਿੱਧੂ ਵੀਰ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਵਾਸ ਦੇਵੇ, ਹੀ ਕਹਿ ਸਕਦਾ। ਹਾਂ, ਇੰਡਸਟਰੀ ਦਾ ਬਹੁਤ ਵੱਡਾ ਗਵਈਆ, ਬਹੁਤ ਵੱਡਾ ਲਿਖਾਰੀ ਸਾਤੋਂ ਜੁਦਾ ਹੋ ਗਿਆ, ਔਰ ਉਦੋਂ ਵੀ ਦੁੱਖਦਾਇਕ ਇਹ ਆ ਵੀ ਇੱਕ ਮਾਂ ਦਾ ਪੁੱਤ ਜੁਦਾ ਹੋ ਗਿਆ ਮਾਪਿਆਂ ਦਾ। ਬਸ ਮੈਂ ਇਸੇ ਹੀ ਕਹਿ ਸਕਦਾ, ਇਹੀ ਹੈ ਵੀਰ ਜੀ। ਤੁਸੀਂ ਇੱਥੇ ਆਉਂਦੇ ਹੋ, ਕੀ ਕਰਦੇ ਹੋ ਸਾਰਾ ਦਿਨ 'ਚ? ਮੈਂ ਕਹਿੰਦੀ ਹਾਂ ਸ਼ੁਰੂਆਤ ਤੋਂ ਦੱਸੋ ਆਖਿਰ ਤੱਕ, ਕਰਦੇ ਕੀ ਹੋ, ਕੰਮ ਕੀ ਕਰ ਰਹੇ ਹੋ ਅੱਜ ਕੱਲ੍ਹ? ਕੰਮ ਫਿਲਹਾਲ ਇਹੀ ਹੈ, ਕੰਮ ਹੀ ਤਾਂ ਲੱਭ ਰਿਹਾ ਫਿਲਹਾਲ ਕੰਮ ਇਹੀ ਹੈ। ਹੀਰ ਪੜ੍ਹੀ ਦੀ ਆ, ਕੁਛ ਲਿਖੀ ਦਾ, ਕੁਛ ਗਾ ਲਈਦਾ, ਬਸ ਇੱਥੇ ਆ ਕੇ ਸਜਦਾ ਕਰੀਦਾ, ਇਹੀ ਕੰਮ ਆ ਮੇਰਾ। ਜੀ ਮੈਂ ਇੱਕ ਗੱਲ ਕਰਾਂ ਕਿ ਅੱਜ ਕੱਲ੍ਹ ਤਾਂ ਕਮਾਈ ਦਾ ਸਾਧਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਲਾਜ਼ਮੀ ਹੈ, ਨਹੀਂ ਚੱਲਦੇ ਪਰਿਵਾਰ ਹੈ ਨਾ ਉਹਦੇ ਬਿਨਾਂ। ਤੁਸੀਂ ਚਲੋ ਮੈਂ ਕਹਿੰਦੀ ਘਰ ਦੀ ਜ਼ਿੰਮੇਵਾਰੀ ਹੈ, ਜਿਵੇਂ ਤੁਸੀਂ ਦੱਸਿਆ ਫਾਦਰ ਸਾਹਿਬ ਨਹੀਂ ਹੈਗੇ, ਘਰ ਦੀ ਜ਼ਿੰਮੇਵਾਰੀ ਵੀ ਬਹੁਤ ਬਣਦੀ ਆ, ਅਤੇ ਕਿਵੇਂ ਮੈਨੇਜ ਹੁੰਦਾ, ਕਿਵੇਂ ਕਰਦੇ ਹੋ ਸਭ ਕੁਝ? ਮੈਨੇਜ ਇੱਦਾਂ ਜੀ, ਮੇਰਾ ਨਾਲ ਇੱਕ ਡੀਜ਼ੇ ਟੀਮ ਹੈ, ਡੀਜ਼ੇ ਰੂਬੀ ਦੇ ਨਾਮ 'ਤੇ। ਉੱਥੋਂ ਸਰਦੀਆਂ ਵਿੱਚ ਜਿੱਦਾਂ ਹੁੰਦੇ ਆ ਵਿਆਹ ਸ਼ਾਦੀਆਂ ਦੇ ਫੰਕਸ਼ਨ, ਉੱਥੇ ਮੈਂ ਬਤੌਰ ਹੋਸਟ ਕੰਮ ਕਰਦਾ। ਆਲੇ ਦੁਆਲੇ ਹੋਰ ਟੀਮਾਂ ਨਾਲ ਵੀ ਮੈਂ ਕੰਮ ਕਰਦਾ। ਭੰਗੜੇ ਨੇ ਮੈਨੂੰ ਬਚਾਇਆ ਹੋਇਆ, ਮੈਂ ਬਹੁਤ ਕੁਛ ਦਿੱਤਾ। ਭੰਗੜਾ ਟੀਮ ਜਿੱਦਾਂ ਵਿਆਹ ਦੇ ਵਿੱਚ ਫੰਕਸ਼ਨ ਹੁੰਦੇ ਆ, ਉੱਥੋਂ ਬਹੁਤ ਕੁਛ ਮਿਲਿਆ, ਸਰੋਤੇ ਵੀ ਮਿਲੇ ਨੇ ਅਣਮੁੱਲੇ, ਅਤੇ ਪੈਸਾ ਵੀ ਕਮਾਇਆ, ਉਹਦੇ ਨਾਲ ਘਰ ਚੱਲੀ ਜਾ ਰਿਹਾ। ਬਸ ਇੱਦਾਂ, ਇੱਧਰ ਅਜੇ ਸਟਰਗਲ ਆ। ਸਟਰਗਲ ਕਰ ਰਹੇ ਹੋ, ਮੈਂ ਕਹਿੰਦੀ ਸੰਘਰਸ਼ ਤਾਂ ਬਹੁਤ ਜ਼ਿਆਦਾ ਲਾਜ਼ਮੀ ਆ, ਚਾਹੀਦਾ। ਅਤੇ ਅੱਛਾ ਜੇ ਗੱਲ ਕੀਤੀ ਜਾਵੇ, ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੀ ਆਵਾਜ਼, ਤੁਸੀਂ ਨਹੀਂ ਕਹਿੰਦੇ, ਮਤਲਬ ਲੋਕ ਕਹਿੰਦੇ ਨੇ, ਤੁਹਾਡੀ ਆਵਾਜ਼ ਜਿਹੜੀ ਹੈ ਕਿਹਨਾਂ ਨਾਲ ਮਿਲਦੀ ਹੈ, ਅਤੇ ਉਹ ਮੈਨੂੰ ਸੁਣਾਉਣਾ ਵੀ ਹੈ। ਤੁਸੀਂ ਬਿਲਕੁਲ ਜ਼ਰੂਰ ਸੁਣਾਓ, ਮੇਰੇ ਦਰਸ਼ਕ ਉਡੀਕ ਰਹੇ ਹੋਣਗੇ। ਦੱਸ ਸਕਦਾ, ਮੈਂ ਬੋਲ ਦਿੰਦਾ। ਮੇਰੀ ਆਵਾਜ਼ ਦਾ ਜ਼ਿਕਰ ਉਹ ਲੋਕਾਂ ਨੇ ਦੱਸਣਾ। ਹਾਂਜੀ, ਮੈਂ ਨਹੀਂ ਕਹਿੰਦਾ ਮੈਂ ਇੱਦਾਂ ਬੋਲਦਾ ਜਾਂ ਉੱਦਾਂ ਬੋਲਦਾ। ਮਤਲਬ ਜਿੱਦਾਂ ਜੇ ਕਮਲ ਭਾਜੀ ਨੇ ਗੱਲ ਕਰਨੀ ਹੋਵੇ, ਵਾਰਿਸ ਬ੍ਰਦਰ ਕਮਲ ਹੀਰ ਜੀ ਨੇ, ਅਤੇ ਉਹਨਾਂ ਦਾ ਜ਼ਿਕਰ ਹੁੰਦਾ ਵੀ ਜਿੱਥੇ ਸਾਡੇ ਤਿੰਨਾਂ ਵੀਰਾਂ ਦੀ ਗੱਲ ਆ, ਉੱਥੇ ਮਨਮੋਹਨ, ਸੰਗਤਾਰ ਅਤੇ ਕਮਲ ਦੀ ਗੱਲ ਜ਼ਰੂਰ ਹੁੰਦੀ ਆ। ਅਤੇ ਨਾਲ ਪੰਜਾਬੀ ਵਿਰਸਾ ਲਾਈਵ, ਉਹ ਸਾਡੇ ਇਕੱਲਿਆਂ ਦਾ ਨਹੀਂ, ਉਹ ਤੁਹਾਡੇ ਨਾਲ ਆ। ਤੁਸੀਂ ਆਏ ਅਤੇ ਬਣ ਗਿਆ ਪੰਜਾਬੀ ਵਿਰਸਾ ਲਾਈਵ। ਮੈਨੂੰ ਨਹੀਂ ਪਤਾ ਉੱਦਾਂ ਜਾ, ਇਹ ਸਰੋਤੇ ਦੱਸਣਗੇ, ਮੈਨੂੰ ਨਹੀਂ ਪਤਾ। ਦੂਜਾ ਬਾਈ ਜੀ ਮਾਨ ਸਾਹਿਬ, ਗੁਰਦਾਸ ਬਾਈ ਜੀ, ਉਹਨਾਂ ਦਾ ਜ਼ਿਕਰ ਉਹ ਇਹ ਹੁੰਦਾ, ਉਹਨਾਂ ਦੀ ਸਟੇਜ ਦੇ ਸਾਰੇ ਹੀ ਸਜਿੰਦੇ ਬੇਇੰਤਹਾ ਅਣਮੁੱਲੇ ਨੇ, ਪਰ ਸਾਰਿਆਂ ਵਿੱਚੋਂ ਬਾਈ ਜੀ ਜਿਨ੍ਹਾਂ ਨੂੰ ਵੱਧ ਛੇੜਦੇ ਆ, ਉਹਨੇ ਭੋਲਾ ਜੀ, ਉਹਨਾਂ ਨਾਲ ਢੋਲਕ ਪਲੇ ਕਰਦੇ ਨੇ। ਉਹ ਵਾਰ ਜ਼ਿਕਰ ਕਰਦੇ, ਕਿਉਂ ਭੋਲੇ? ਇਹ ਗੱਲ ਪਿਆਰ ਸਤਿਕਾਰ ਦੀ ਹੈ, ਗੱਲ ਮੁਹੱਬਤ ਦੀ ਹੈ ਬਾਬਾ ਜੀ। ਇਹ ਭੋਲਾ ਇੱਕ ਐਸਾ ਕਰੈਕਟਰ ਹੈ, ਜਿੰਨਾ ਮਰਜ਼ੀ ਕੁਛ ਕਹਿ ਲਓ, ਹੱਸਦਾ ਰਹਿੰਦਾ। ਵੱਡੀ ਗੱਲ ਇਹ ਸਭ ਨੂੰ ਕਹਿ ਦਿੰਦਾ ਜਾ ਤੇਰਾ ਭਲਾ ਹੋਵੇ। ਗੱਲ ਕਿਸੇ ਦੀ ਖੁਸ਼ੀ ਮੰਗਣ ਦੀ ਹੈ, ਬਾਕੀ ਚੱਲ ਰਿਹਾ ਸਾਰਾ ਜੋ ਰੱਬ ਜਾਣਦਾ। ਇੱਦਾਂ ਜੀ ਕੁਛ ਕਹਿੰਦੇ ਹੁੰਦੇ ਆ। ਉਹਨਾਂ ਨੇ ਕਦੇ ਸੁਣਿਆ ਹੋਏਗਾ ਤੁਹਾਨੂੰ ਕਿ ਤੁਹਾਡੀ ਆਵਾਜ਼? ਮੁਲਾਕਾਤ ਹੋਈ ਸੀ ਜੀ, ਮੈਂ ਜਾ ਕੇ ਆਇਆ ਬਾਈ ਜੀ ਦੇ ਘਰੇ ਚੰਡੀਗੜ੍ਹ, ਅਤੇ ਵਾਰਤਾਲਾਪ ਨਹੀਂ ਹੋਏ, ਬਸ ਮੈਂ ਸਜਦਾ ਸਲਾਮ, ਉਹਨਾਂ ਨੇ ਮੇਰੇ ਪੈਰੀ ਹੱਥ ਲਾਤੇ। ਅੱਲਾ ਜਾਣੇ ਕਿਉਂ, ਮੈਂ ਵੀ ਝੁੱਕ ਕੇ 2 ਵਾਰ, ਮੈਂ ਤਾਂ ਲਾਉਣੀ ਸੀ, ਮੈਂ ਪੈਰੀ ਹੱਥੀ ਲਾਉਣ ਗਿਆ ਸੀ। ਮੈਂ ਕੋਈ ਨਜ਼ਰਾਨਾ ਲੈ ਕੇ ਗਿਆ ਉਹਨਾਂ ਲਈ, ਅਤੇ ਉਹਨਾਂ ਨੇ ਬਿਸਮਿਲ੍ਲਾ ਕੀਤਾ। ਉਹਨਾਂ ਨੇ ਵੀ ਮੈਨੂੰ ਕੁਛ ਦਿੱਤਾ, ਪਰ ਮੈਂ ਜਵਾਬ ਦਿੱਤਾ, ਕਹਿੰਦੇ ਨਹੀਂ, ਤੂੰ ਮੇਰੇ ਲਈ ਲੈ ਕੇ ਆਇਆ, ਜੋ ਮੈਨੂੰ ਦਿੱਤਾ ਮੈਂ ਬੋਲਿਆ, ਅਤੇ ਜੋ ਮੈਂ ਦੇ ਰਿਹਾ ਤੂੰ ਵੀ ਲੈ। ਪਿਆਰ ਦਿੱਤਾ, ਵੱਡੀ ਗੱਲ ਹੈ, ਮੇਰੇ ਸਿਰ 'ਤੇ ਹੱਥ ਰੱਖਿਆ। ਅਤੇ ਵਾਰਤਾਲਾਪ ਨਹੀਂ ਸਾਡੇ ਹੋਏ, ਕਿਉਂਕਿ ਉਹ ਬਿਮਾਰ ਸੀ। ਉਹ ਕਹਿੰਦੇ ਪੁੱਤ ਮੈਂ ਡਾਕਟਰ ਤੋਂ ਟਾਈਮ ਲਿੱਤਾ, ਅਤੇ ਵੀ ਮੈਂ ਫਿਰ ਲੇਟ ਹੋ ਜਾਊਂਗਾ। ਵੱਡੀ ਗੱਲ ਇਹ ਆ ਕਿ ਜਿਹਨੂੰ ਮੁਹੱਬਤ ਕਰਦੇ ਹੋਈ ਉਹ ਮਾੜਾ ਜਿਹਾ ਦਿਸ ਜਾਵੇ, ਉਹੀ ਬਹੁਤ ਹੁੰਦਾ। ਜੇ ਨਹੀਂ ਵੀ ਸਾਰਾ ਹੀ ਮੈਨੂੰ ਮਿਲ ਜੇ, ਦਿਸ ਗਿਆ ਦੂਰੋਂ, ਬਸ ਬਹੁਤ ਆ, ਹੋਰ ਮੈਨੂੰ ਕੀ ਚਾਹੀਦਾ। ਜੇ ਅੱਜ ਕੱਲ੍ਹ ਅਸੀਂ ਤੁਹਾਡੀ ਗੱਲ ਨੂੰ ਅਗਰ ਗੌਰ ਫਰਮਾਈਏ ਤਾਂ ਅੱਜ ਕੱਲ੍ਹ ਕੀ ਕਰਦੇ ਨੇ, ਬਹੁਤ ਧੱਕਾ ਮੁੱਕੀ, ਨਹੀਂ ਮਿਲਣਾ ਹੀ ਮਿਲਣਾ। ਹਾਂਜੀ, ਇੱਕ ਹੁੰਦਾ ਤੁਸੀਂ ਕਿਹਾ ਕਿ ਦੇਖ ਲਿਆ ਤਾਂ ਬਹੁਤ ਆ, ਚਲੋ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ, ਕਿਉਂ ਨਹੀਂ? ਪੇਸ਼ੈਂਸ, ਸਬਰ, ਜਿਹਨੂੰ ਸਬਰ ਨਹੀਂ ਉਹਨੂੰ ਖਬਰ ਨਹੀਂ। ਬਸ ਸਕੂਨ ਰੱਖਣਾ, ਸਬਰ ਰੱਖਣਾ ਜ਼ਰੂਰੀ ਹੈ, ਠੀਕ ਹੈ।
ਯੈਸ ਬਿਲਕੁਲ। ਮੈਂ ਕਿਉਂ ਕਿਸੇ ਨੂੰ ਜਾ ਕੇ ਤੰਗ ਕਰਨਾ। ਮੈਂ ਬੜੀ ਰੀਝ ਨਾਲ ਮੁਹੱਬਤ ਨਾਲ ਇੱਥੋਂ ਗਿਆ। ਮੇਰਾ ਨਜ਼ਾਨਾ ਅਗਲੇ ਨੇ ਬਿਸਮਿਲ੍ਲਾ ਕੀਤਾ, ਮੱਥੇ ਨੂੰ ਲਾਇਆ, ਮੈਨੂੰ ਵੀ ਕੁਛ ਦਿੱਤਾ, ਮੈਨੂੰ ਪਿਆਰ ਕੀਤਾ। ਔਰ ਵੱਡੀ ਗੱਲ ਇਹ ਹੈ, ਮੈਨੂੰ ਬਿਠਾ ਕੇ ਮੈਂ 9 ਵਜੇ ਦਾ ਗਿਆ ਹੋਇਆ ਸੀ, ਉੱਥੇ ਬੈਠਾ ਉਹਨਾਂ ਦੇ ਘਰ ਦੇ ਅੱਗੇ, ਅਤੇ 3 ਵਜੇ ਡੋਰ ਉਹਨਾਂ ਦਾ ਖੁੱਲ੍ਹਿਆ, ਗੇਟ ਓਪਨ ਹੋਇਆ ਅਤੇ ਮੈਂ ਸਲਾਮ ਦੁਆ ਕੀਤੀ। ਉਹ ਕਹਿੰਦੇ ਹਾਂ, ਮੈਂ ਪਿੰਡ ਦਾ ਨਾਮ ਵੀ ਲੱਤਾ ਆਪਣੇ ਵੀ ਜੀ, ਮੈਂ ਕਿਲ੍ਹਾ ਰੈਪਰ ਤੋਂ। ਹਾਂ ਪੁੱਤ, ਕਹਿੰਦੇ ਮੈਂ ਜਾਣਦਾ ਮੇਰੇ ਪਿੰਡ 2016 'ਚ ਉਹਨਾਂ ਨੂੰ ਸਨਮਾਨ ਕੀਤਾ ਗਿਆ, ਆਏ ਸੀ ਬਾਈ ਜੀ, ਅਤੇ ਮੈਨੂੰ ਆਪਣੇ ਘਰੇ ਬਿਠਾਇਆ। ਮੁੰਡਿਆਂ ਨੂੰ ਕਿਹਾ ਜੋ ਉਹਨਾਂ ਦੇ ਕੰਮ ਕਰਦੇ ਸੀ, ਉਹ ਕਹਿੰਦੇ ਮੁੰਡਾ ਭੁੱਖਾ ਹੋ ਯਾਰ, ਸਵੇਰ ਦਾ ਬੈਠਾ, ਖਾਣਾ ਖਿਲਾ, ਅਤੇ ਪੁੱਤ ਮੈਂ ਡਾਕਟਰ ਦੇ ਜਾਣਾ। ਕਹਿੰਦਾ ਮੈਂ ਨਹੀਂ ਕਿਹਾ ਬੈਠੋ ਜੀ, ਮੇਰੀ ਗੱਲ ਸੁਣਨੀ ਹੈ, ਬਦਤਮੀਜ਼ਾਂ ਵਾਂਗੂ ਨਹੀਂ। ਠੀਕ ਹੈ, ਮੈਨੂੰ ਦਿਸ ਗਿਆ, ਇੰਨਾ ਹੀ ਬਹੁਤ ਆ ਬਸ। ਹਾਂ ਮੈਨੂੰ ਇੰਨਾ ਬਹੁਤ ਵਧੀਆ, ਬਹੁਤ ਵਧੀਆ। ਮੈਂ ਕਹਾਂਗੀ ਵੀਰ ਜੀ ਕੁਝ ਸੁਣਾ ਦਿੱਤਾ ਜਾਵੇ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ। ਅੱਜ ਕੱਲ੍ਹ ਆਪਣੇ ਨਾ ਇੱਕ ਸਿਸਟਮ ਚੱਲਦਾ ਵੀ ਦੂਜੇ ਬਾਰੇ ਮੰਦਾ ਚੰਗਾ ਬੋਲਣਾ, ਆਪਣੇ ਵੱਲ ਝਾਤੀ ਨਹੀਂ ਮਾਰਨੀ। ਦੂਜੇ ਵੱਲ ਮੰਦਾ ਚੰਗਾ ਬੋਲਣਾ, ਆਪਣੇ ਵੱਲ ਝਾਤੀ ਨਹੀਂ ਮਾਰਨੀ। ਉਹ 'ਤੇ ਮੈਂ ਕੁਛ ਲਿਖ ਰਿਹਾ ਸੀ, ਆਪਦੇ ਲਈ ਹੈ, ਕਿਸੇ ਲਈ ਨਹੀਂ, ਆਪਣੇ ਲਈ। ਪਹਿਲਾਂ ਮੈਂ ਸਹੀ ਹੋਵਾਂ। ਹਾਂ ਹੋ ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ। ਹੋਰਾਂ ਦੇ ਤੂੰ ਐਬ ਫਰੋਲੇ, ਹੋਰਾਂ ਦੇ ਤੂੰ ਐਬ ਫਰੋਲੇ, ਪਾ ਆਪਣੇ ਵੱਲ ਨੂੰ ਝਾਤਾਂ। ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ। ਚਾਰ ਉਦਾਸੀਆਂ ਕਰ ਗਿਆ ਬਾਬਾ, ਤੇਰਾ ਤੋਲ ਕੇ ਤਰ ਗਿਆ ਬਾਬਾ। ਚਾਰ ਉਦਾਸੀਆਂ ਕਰ ਗਿਆ ਬਾਬਾ, ਤੇਰਾ ਤੋਲ ਕੇ ਤਰ ਗਿਆ ਬਾਬਾ। ਊਚ ਨੀਚ ਦਾ ਭੇਦ ਮੁਕਾ ਕੇ ਰਾਹ ਸਿੱਧੇ ਤੇ ਕਰ ਗਿਆ ਬਾਬਾ। ਊਚ ਨੀਚ ਦਾ ਭੇਦ ਮੁਕਾ ਕੇ ਰਾਹ ਸਿੱਧੇ ਤੇ ਕਰ ਗਿਆ ਬਾਬਾ। ਤੁਰ ਦਰਗਾਹੋਂ ਇੱਕ ਨੇ ਸਾਰੇ, ਤੁਰ ਦਰਗਾਹੋਂ ਇੱਕ ਨੇ ਸਾਰੇ, ਕਿਉਂ ਫਸਿਆਂ ਵਿੱਚ ਜਾਤਾਂ। ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ, ਸੁਣ ਲੈ ਤੁਰ ਅੰਦਰ ਦੀਆਂ ਬਾਤਾਂ। ਇੱਦਾਂ ਜਿਹਾ ਬਹੁਤ ਵਧੀਆ। ਮੈਂ ਕਹਿੰਦੀ ਜਿੰਨੇ ਵੀ ਤੁਸੀਂ ਗੀਤ ਸੁਣਾਏ ਹੁਣ ਤੱਕ, ਸਭ ਦੇ ਵਿੱਚ ਨਾ ਕੁਝ ਸਿੱਖਣ ਨੂੰ ਹੈ ਕਿ ਇਸ ਲਾਈਨਾਂ ਤੋਂ ਕੁਝ ਸਿੱਖੋ, ਜਾਂ ਕੁਝ ਤੁਸੀਂ ਸਿੱਖ ਹੀ ਦੇਣਾ ਚਾਹ ਰਹੇ ਹੋ ਕਿ ਮੈਂ ਕੀ ਕਹਿ ਰਿਹਾ ਉਹ ਸੱਚ ਆ। ਨਹੀਂ, ਇਹ ਮੈਂ ਮਹਿਸੂਸ ਕੀਤਾ। ਚਲੋ ਇਹ ਤੁਹਾਡੀ ਸਮਝ ਹੈ ਜੀ, ਪਰ ਤੁਸੀਂ ਅੱਜ ਦੇ ਸਮੇਂ 'ਚ ਕਿਸੇ ਨੂੰ ਕੁਝ ਨਹੀਂ ਸਿਖਾ ਸਕਦੇ। ਸਾਰੇ ਸਿੱਖੇ ਸਿਖਾਏ ਨੇ, ਸਾਰੇ ਮੇਰੇ ਤੋਂ ਵਧੀਆ ਨੇ, ਸਾਰੇ ਸੀਨੀਅਰ ਨੇ, ਤੁਸੀਂ ਨਹੀਂ ਸਿਖਾ ਸਕਦੇ। ਬਸ ਮੈਨੂੰ ਇਹ ਹੁੰਦਾ ਵੀ ਮੇਰਾ ਕੰਮ ਜੋ ਮੈਂ ਕਰ ਰਿਹਾ ਉਹ ਸਹੀ ਹੋਵੇ, ਉਹ ਤੁਸੀਂ ਦੱਸਣਾ। ਮੈਂ ਇਹਨੂੰ ਹਰ ਇੱਕ ਨੂੰ ਐ ਲੱਗਦਾ ਵੀ ਮੈਂ ਪਰਫੈਕਟ ਹਾਂ, ਮੈਂ ਕਰ ਰਿਹਾ, ਮੇਰਾ ਸਹੀ ਆ, ਉਹ ਤੁਸੀਂ ਦੱਸਣਾ। ਉਹ ਸਰੋਤਿਆਂ ਨੇ ਦੱਸਣਾ, ਉਹ ਇਹਨਾਂ ਨੇ ਦੱਸਣਾ ਜੋ ਸੁਣ ਰਹੇ ਵੀ ਆਹ ਸਹੀ ਆ ਜਾਂ ਗਲਤ ਆ, ਬਸ। ਅੱਛਾ ਵੀਰ ਜੀ, ਜੇ ਗੱਲ ਕਰ ਲਈਏ ਸੰਘਰਸ਼ ਜਿਹੜਾ ਤੁਸੀਂ ਕਰ ਰਹੇ ਹੋ ਜੀ, ਉਸ ਦੇ ਬਾਰੇ ਦੱਸੋ ਕਿ ਪਰਿਵਾਰ ਵੱਲੋਂ ਕਿੱਥੋਂ ਕਮੀ ਰਹਿ ਰਹੀ ਹੈ, ਪਰਿਵਾਰ ਵਾਲਿਆਂ ਦਾ ਕਿੰਨਾ ਕੁ ਸਾਥ ਹੈ, ਅਤੇ ਕਿੱਥੋਂ ਕਮੀ ਰਹਿ ਰਹੀ ਹੈ ਸਰੋਤਿਆਂ ਵੱਲੋਂ, ਜਾਂ ਕੋਈ ਬਾਂਹ ਨਹੀਂ ਫੜ ਰਿਹਾ, ਕੀ ਦਿੱਕਤ ਆ ਰਹੀ ਹੈ? ਪਰਿਵਾਰ ਵੱਲੋਂ ਸ਼ਰਮਾ ਜੀ ਇੱਦਾਂ ਵੀ ਸਾਰਾ ਸੁਪਰ ਹੈ। ਪਰਿਵਾਰ ਤਾਂ ਚਾਹੂਗਾ ਹੀ, ਹਰ ਇੱਕ ਦਾ ਮਾਪਾ ਚਾਹੁੰਦਾ ਹੁੰਦਾ ਵੀ ਸਾਡਾ ਬੱਚਾ ਸਕਸੈਸਫੁੱਲ ਹੋਵੇ, ਤਰੱਕੀ ਕਰੇ, ਉਹ ਨਾਲ ਨੇ, ਪਰ ਫਲੇ ਰੱਬ ਦੀ ਮਰਜ਼ੀ ਨਹੀਂ ਹੋ ਰਹੀ। ਸਟਰਗਲ ਮੈਂ ਕਰ ਰਿਹਾ, ਬਸ ਕੰਮ ਨਹੀਂ ਮਿਲ ਰਿਹਾ ਮੈਨੂੰ, ਕੰਮ ਨਹੀਂ ਮਿਲ ਰਿਹਾ। ਕਿਹੜਾ ਕੰਮ ਕਰ ਲੈਣਾ? ਜਿੱਦਾਂ ਇਸ ਲਾਈਨ ਦੇ ਵਿੱਚ ਤੁਸੀਂ ਇੱਕ ਡੀਜੇ ਦਾ ਦੱਸਿਆ, ਹੋਰ ਤੁਸੀਂ ਕਿਹਾ ਪ੍ਰੋਗਰਾਮ? ਕਟਿੰਗ ਦਾ ਕੰਮ ਕਰ ਲੈਣਾ। ਯੈਸ, ਸ਼ੇਪ ਕਟਿੰਗ ਕਰ ਲੈਣਾ ਮੈਂ। ਸਾਡੇ ਪਹਿਲਾਂ ਕਰਦੇ ਸੀਗੇ, ਅਤੇ ਛੋਟੇ ਭਰਾ ਦੀ ਹੁਣ ਵੀ ਸ਼ੌਪ ਆ ਇੱਥੇ ਮੇਰੇ ਪਿੰਡ ਦੇ ਲਾਗੇ, ਆਸੀ ਪਿੰਡ ਆ, ਉੱਥੇ ਦੁਕਾਨ ਉਹਦੀ, ਅਤੇ ਵੱਡੇ ਭਰਾ ਦੀ ਪਿੰਡ ਦੇ ਵਿੱਚ ਹੀ ਕਟਿੰਗ ਦੀ ਕੰਮ ਮੈਂ ਵੀ ਕਰ ਲੈਣਾ। ਅਤੇ ਪਰ ਮੈਂ ਚਾਹੁੰਦਾ ਵੀ ਮੇਰੀ ਇੱਥੇ ਸੁਣੀ ਜਾਵੇ। ਕੀ ਸ਼ੌਂਕ ਹੈ ਇਸ ਲਾਈਨ? ਬਸ ਇਹੀ ਆ ਵੀ ਮੈਂ ਇੱਕ ਅੱਛਾ ਜਿਹਾ ਗਾਵਾਂ, ਬਸ ਮੈਨੂੰ ਸਹੀ ਸ਼ਬਦ ਮਿਲਣ। ਐਕਟਿੰਗ ਵੀ ਕੀਤੀ ਹੈ? ਐਕਟਿੰਗ ਹਾਂਜੀ, ਮੈਂ ਉਹ ਜੀ ਪੰਜਾਬੀ ਸੀ, ਉਹਦੇ ਵਿੱਚ ਕੰਮ ਕਰਕੇ ਆਇਆ। ਛੋਟੀ ਜਠਾਣੀ, ਉਹਦੇ ਵਿੱਚ ਇੱਕ ਛੋਟਾ ਜਿਹਾ ਰੋਲ ਸੀ, ਉੱਥੇ ਕੰਮ ਕਰਕੇ ਜੀ ਪੰਜਾਬੀ। ਇੱਕ ਕਿਸਾਨ ਦੇ ਨਾਲ ਹੈਲਪਰ ਕਹਿ ਲਓ, ਇੱਕ ਮਜ਼ਦੂਰ ਦਾ ਰੋਲ ਕਰਕੇ ਆਇਆ। ਹਾਂਜੀ। ਤੇ ਦਰਸ਼ਕੋ, ਵੀਰ ਜੀ ਦਾ ਨੰਬਰ ਵੀ ਜ਼ਰੂਰ ਦੇਵਾਂਗੇ, ਕਿਉਂਕਿ ਤੁਹਾਨੂੰ ਮੈਂ ਕਹਿੰਦੀ ਇਸ ਚੈਨਲ 'ਤੇ ਨਾ ਉਹੋ ਜਿਹੀ ਸ਼ਖਸੀਅਤ ਨਾਲ ਮਿਲਾਉਂਦੇ ਹਾਂ ਜਿਹੜੇ ਕਿ ਕਿਤੇ ਦੂਰ ਦੁਰਾਡੇ ਲੁਕੇ ਬੈਠੇ ਨੇ, ਅਤੇ ਉਹਨਾਂ ਨੂੰ ਕੱਢ ਕੇ ਲੈ ਕੇ ਆਈਦਾ ਕਿ ਇਹਨਾਂ 'ਚ ਵੀ ਟੈਲੈਂਟ ਹੈ। ਜ਼ਰੂਰ ਇਹਨਾਂ ਨੂੰ ਵੀ ਪਰਖੋ। ਕਿਸੇ ਵੀ ਮੈਂ ਕਹਿੰਦੀ ਕੋਈ ਪ੍ਰੋਗਰਾਮ ਹੋਵੇ, ਵੀਰ ਜੀ ਪ੍ਰੋਗਰਾਮ ਇਨ ਦਾ ਸੈਂਸ ਕਿਹੜੇ ਆ, ਥੋੜ੍ਹਾ ਜਿਹਾ ਦੱਸੋ ਤੁਸੀਂ। ਮੈਂ ਜਿੱਦਾਂ ਹੁਣ ਅੱਜ ਕੱਲ੍ਹ ਮੇਲੇ ਚੱਲ ਰਹੇ ਨੇ ਦਰਗਾਹਾਂ 'ਤੇ, ਉੱਥੇ ਵੀ ਕਰ ਰਿਹਾ ਕੰਮ, ਐਂਡ ਜਾਗਰਣ ਵਗੈਰਾ ਕਰ ਰਿਹਾ।
ਫਿਲਹਾਲ ਇਹ ਆ, ਵਿਆਹ ਦੀਆਂ ਸਟੇਜਾਂ ਨਹੀਂ ਹੈ, ਫਿਲਹਾਲ ਇਹੀ ਆ ਮੇਰੇ ਕੋਲੇ। ਹਾਂਜੀ, ਤੇ ਆਪਣਾ ਨੰਬਰ ਜ਼ਰੂਰ ਦੱਸ ਦਿਓ। ਮੈਂ ਕਹਿੰਦੀ ਹਾਂ ਜਿਹੜੇ ਵੀਰ ਭੈਣ ਭਾਈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ, ਹੌਸਲਾ ਵੀ ਵਧਾਉਣਾ ਚਾਹੁੰਦੇ ਹੋਣ, ਹੈ ਨਾ, ਜਾਂ ਫਿਰ ਕੋਈ ਕੰਮ ਕਿਸੇ ਤਰੀਕੇ ਦਾ ਵੀ ਜ਼ਰੂਰ ਪਹੁੰਚ ਕਰ ਸਕਣ। ਨੰਬਰ ਮੇਰਾ ਹੈ 78147 63715, 78147 63715। ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਸਰੋਤਿਆਂ ਨੂੰ? ਜਾਂਦੇ ਜਾਂਦੇ ਕਿ ਸਰੋਤੇ ਸਾਰੇ ਸਮਝਦਾਰ ਆ, ਆਪ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ। ਬਸ ਇਹੀ ਕਹੂੰਗਾ ਵੀ ਮਿਲ ਕੇ ਰਹੀਏ, ਪਿਆਰ ਨਾਲ ਰਹੀਏ। ਜਿੱਦਾਂ ਮੇਰੇ ਖਿਆਲ ਡਾਕਟਰ ਸੁਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਸੀ, ਉਹ ਇਹ ਸੀਗੀਆਂ ਵੀ ਕੀ ਹੋਇਆ ਜੇ 4 ਦਿਨ ਤੰਗੀ ਦੇ ਆ ਗਏ, ਅਗਲੀ ਰੁੱਤ 'ਤੇ ਯਕੀਨ ਰੱਖੀ। ਮੈਂ ਆਪਦੇ ਆਪ ਨੂੰ ਵੀ ਕਹਿਣਾ ਵੀ ਹਜੇ ਨਹੀਂ ਗੱਲ ਬਣੀ, ਮੈਂ ਸਫ਼ਰ ਕਰ ਰਿਹਾ, ਮੈਂ ਚੱਲੀ ਜਾਣਾ, ਸਫ਼ਰ ਕਰੀ ਜਾਣਾ। ਕੀ ਹੋਇਆ 4 ਦਿਨ ਤੰਗੀ ਦੇ ਆ ਗਏ, ਅਗਲੀ ਰੁੱਤ 'ਤੇ ਯਕੀਨ ਰੱਖੀ। ਮੈਂ ਲੈ ਕੇ ਆਊਂ ਕਲਮਾਂ ਗੁਲਾਬ ਦੀਆਂ, ਬਸ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਮੈਂ ਲੈ ਕੇ ਆਊਂ ਕਲਮਾਂ ਗੁਲਾਬ ਦੀਆਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਜੀ ਇੰਨਾ ਸਕਾਰਾਤਮਕ, ਮੈਂ ਕਹਿੰਦੀ ਨੈਗੇਟਿਵਿਟੀ ਨਹੀਂ ਆ ਤੁਹਾਡੇ 'ਚ, ਪੋਜ਼ੀਟਿਵਿਟੀ ਆ, ਚਾਹੇ ਜਿਹੋ ਜਿਹੇ ਹਾਲਾਤ ਹੋਣ। ਇਹ ਕਿੱਥੋਂ ਆਉਂਦਾ ਹੈ? ਅੱਜ ਕੱਲ੍ਹ ਤਾਂ ਜਨਤਾ 'ਚ ਹੈ ਨਹੀਂ, ਮੈਂ ਕਹਿੰਦੀ ਹਾਂ ਸਬਰ ਸੰਤੋਖ ਵੀ। ਬਾਬੇ ਦੇ ਘਰੋਂ ਕਿੰਨਾ ਕੁ ਭੱਜ ਲਾਂਗੇ ਆਪਾਂ। ਗੱਡੀ ਬਣਾਉਣ ਵਾਲਾ ਬਣਾਉਂਦਾ, ਮੇਰੇ ਖਿਆਲ ਇੰਜੀਨੀਅਰ ਬਣਾਉਂਦੇ ਨੇ, ਹੈ ਨਾ ਜੀ। ਗੱਡੀ ਬਣਾਉਣ ਵਾਲਾ ਬਣਾਉਂਦਾ, ਉਹਨੇ ਇਕੱਲੀ ਰੇਸ ਜਾਂ ਗੇਅਰ ਨਹੀਂ ਰੱਖੇ ਹੋਏ, ਉਹਨੇ ਬ੍ਰੇਕ ਵੀ ਲਾਏ ਆ। ਕੋਈ ਮੀਨਿੰਗ ਆ। ਸਾਈਕਲ ਤੋਂ ਸ਼ੁਰੂ ਹੋ ਜਾਂਦਾ ਬੱਚਾ, ਪਹਿਲਾਂ ਛੋਟੀ ਸਾਈਕਲ ਹੀ ਹੁੰਦੀ ਉਹ ਪੈਡਲਾਂ ਵਾਲੀ, ਪਹਿਲਾਂ ਬੌਕਰ ਤੋਂ ਸ਼ੁਰੂ ਹੋ ਜਾਂਦਾ, ਉਹਦੇ ਬ੍ਰੇਕ ਨਹੀਂ ਹੁੰਦੇ। ਉਹ ਨਿਆਣੇ ਬੱਚੇ ਦੇ ਰੂਪ 'ਚ ਹੁੰਦਾ, ਭੱਜਿਆ ਫਿਰਦਾ, ਡਿੱਗਦਾ ਵੀ ਹੈ, ਸੱਟ ਵੀ ਲੱਗਦੀ ਹੈ। ਫਿਰ ਥੋੜ੍ਹੀ ਜਿਹੀ ਪੈਡਲਾਂ ਵਾਲੀ ਸਾਈਕਲ ਹੀ, ਕਹਿਣ ਤੋਂ ਬਾਅਦ ਜਦੋਂ ਸਾਈਕਲ 'ਤੇ ਆ ਜਾਂਦਾ ਉਹ 'ਚ ਬ੍ਰੇਕ ਲਾਏ ਨੇ। ਇਹੀ ਜ਼ਿੰਦਗੀ ਦਾ ਰੂਲ ਅਸੂਲ ਹੋਣਾ ਚਾਹੀਦਾ। ਇਹਨੂੰ ਕਿਤੇ ਨਾ ਕਿਤੇ ਲਿਜਾ ਕੇ ਖਿਡਾਉਣਾ ਵੀ ਜ਼ਰੂਰੀ ਆ। ਕਿੰਨਾ ਕੁ ਭੱਜ ਲਾਂਗੇ, ਜਿੰਨਾ ਭੱਜੋਗੇ ਭਜਾਈ ਜਾਊ। ਜ਼ਿੰਦਗੀ ਹੈ, ਭਜਾਈ ਜਾਣਾ ਇਹਨੇ ਕਿਤੇ ਨਾ ਕਿਤੇ। ਹੁਣ ਦੇਖੋ ਜਿਹਦਾ ਬਾਹਲੀਆਂ ਵੱਡੀਆਂ ਗੱਡੀਆਂ ਨੇ, ਉਹਨੂੰ ਹੁੰਦਾ ਵੀ ਇੱਕ ਹੋਰ ਹੋ ਜੇ, ਇੱਕ ਹੋਰ ਹੋ ਜੇ, ਇੱਕ ਕੋਠੀ ਆ ਹੋਰ ਹੋ ਜੇ, ਕੀ ਕਰਨਾ ਇੰਨਾ ਬੜਾ। ਸਕੂਨ ਵੀ ਚਾਹੀਦਾ ਕਿਤੇ, ਬਸ। ਅੱਛਾ ਜੀ, ਕਿਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ, ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਸਕੂਨ ਮਿਲਦਾ, ਜਾਂ ਕਿਹੜੇ ਤੁਹਾਡੇ ਉਸਤਾਦ ਨੇ? ਉਸਤਾਦ ਪਹਿਲਾਂ ਤਾਂ ਮੇਰੇ ਡੈਡ ਨੇ ਜੀ, ਫਿਰ ਉਹਨਾਂ ਤੋਂ ਬਾਅਦ ਮੈਂ ਮਲੇਰਕੋਟਲਾ ਸਾਜਨ ਅਲੀ ਜੀ, ਬਹੁਤ ਵੱਡੇ ਇਕਬਾਲ ਨੇ, ਉਹਨਾਂ ਤੋਂ ਸਿੱਖਿਆ। ਹੁਣ ਵੀ ਜਾਂਦਾ, ਕਲਾਸਾਂ ਲਾਉਣਾ, ਮੈਂ ਸਿੱਖਦਾ। ਔਰ ਮੈਂ ਕੋਸ਼ਿਸ਼ ਇਹੀ ਕਰਦਾ ਵੀ ਮੈਂ ਸਟੂਡੈਂਟ ਹੀ ਰਹਾਂ, ਸਿੱਖੀ ਜਾਵਾਂ। ਮੈਂ ਸਿੱਖਦਾ ਅਤੇ ਸੁਣਨਾ ਤਾਂ ਸਾਰਿਆਂ ਨੂੰ ਹੀ ਸੁਣ ਲਈਦਾ। ਸਿੱਧੂ ਸਾਹਿਬ ਨੂੰ ਵੀ ਸੁਣਿਆ, ਮੂਸੇ ਵਾਲੇ ਨੂੰ ਸੁਣਿਆ, 295 ਕਈ ਵਾਰ ਸੁਣਿਆ। ਹਾਂ, ਗੁੱਡ ਮੈਸੇਜ ਸੀਗਾ, ਚੋ ਗੁੱਡ ਗੱਲਾਂ। ਸਿੱਧੂ ਬਾਈ ਜੀ ਨੂੰ ਸੁਣਿਆ, ਸਭ ਨੂੰ ਸੁਣ ਲੈਣਾ। ਪਰ ਗੁਰਦਾਸ ਮਾਨ ਜੀ ਐਂਡ ਬੱਬੂ ਬਾਈ ਜੀ, ਬੱਬੂ ਮਾਨ ਜੀ, ਉਹਨਾਂ ਦਾ ਗੀਤ ਸੁਣਾ ਦਿਓ ਫਿਰ। ਹਾਂਜੀ, ਬਾਈ ਜੀ ਨੂੰ ਸੁਣਾ ਦਿੰਦੇ ਹਾਂ। ਨੀ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ, ਸਾਤੋਂ ਦਰਦ ਸੁਣਾਇਆ ਨਹੀਂ ਜਾਣਾ। ਤੇਰੇ ਇਹਸਾਨਾਂ ਦੇ ਬਦਲੇ ਦਾ, ਤੇਰੇ ਇਹਸਾਨਾਂ ਦੇ ਬਦਲੇ ਦਾ ਮੁੱਲ ਹੋਰ ਜਤਾਇਆ ਨਹੀਂ ਜਾਣਾ। ਬਹੁਤ ਸਕੂਨ, ਬਹੁਤ ਬਹੁਤ ਸ਼ੁਕਰੀਆ, ਅਤੇ ਬਹੁਤ ਸੋਹਣਾ ਗਾਇਆ ਤੁਸੀਂ। ਅੱਛਾ ਵੀਰ ਜੀ, ਕਿਸਾਨੀ ਅੰਦੋਲਨ ਦੀ ਜੇ ਗੱਲ ਕੀਤੀ ਜਾਵੇ, ਤੁਸੀਂ ਉੱਥੇ ਵੀ ਗਾਇਆ ਸੀਗਾ ਕੁਛ, ਮੈਂ ਕਹਿੰਦੀ ਉਹ ਵੀ ਜ਼ਰੂਰ ਪੇਸ਼ ਕੀਤਾ ਜਾਵੇ। ਅਤੇ ਉੱਥੇ ਤੁਸੀਂ ਰਹਿ ਕੇ ਵੀ ਆਏ ਹੋ, ਕਿਵੇਂ ਦਾ ਮਹਿਸੂਸ ਹੋਇਆ ਸੀ ਉਹ? ਉੱਥੋਂ ਬਹੁਤ, ਮੈਂ ਜੀ 47 ਨਹੀਂ ਦੇਖੀ ਹੈ ਨਾ, ਅਤੇ ਬਥੇਰਿਆਂ ਨੇ ਨਹੀਂ ਦੇਖੀ ਹੋਣੀ, 84 ਵੀ ਨਹੀਂ ਦੇਖੀ, ਪਰ 2020 ਜ਼ਰੂਰ ਦੇਖਿਆ। ਕਰੋਨਾ ਵੀ ਦੇਖ ਲਿਆ ਅਤੇ ਕਿਸਾਨਾਂ ਦਾ ਅੰਦੋਲਨ ਵੀ ਦੇਖਿਆ। ਉਹ ਸਾਰਿਆਂ ਦਾ ਸੀ, ਇਕੱਲੇ ਕਿਸਾਨਾਂ ਦਾ ਨਹੀਂ ਸੀ। ਕਿਸਾਨ ਮਜ਼ਦੂਰ ਸਾਰਿਆਂ ਦਾ ਸੀ, ਸਾਰੇ ਗਏ ਨੇ। ਔਰ ਦਿੱਲੀ ਫਤਿਹ ਕੀਤੀ, ਉਹ ਸਾਰੇ ਮਿਲੇ ਤਾਂ ਹੋਇਆ, ਇਕੱਲਿਆਂ ਦਾ ਨਹੀਂ ਸੀ, ਸਾਰੇ ਜੁੜੇ। ਮੈਂ 7-8 ਦਿਨ ਉੱਥੇ ਰਹਿ ਕੇ ਆਇਆ, ਅਤੇ ਉੱਥੇ ਮੈਂ ਇੱਕ ਗੀਤ ਲਿਖਿਆ ਸੀ, ਉਹ ਇਹ ਸੀ ਵੀ ਭਗਤ ਸਰਾਭੇ, ਉਹਦੇ ਵਿੱਚੋਂ ਸੁਣਾਉਣਾ। ਭਗਤ ਸਰਾਭੇ ਅਸੀਂ ਉਦਮ ਦੇ ਵੀਰ, ਭਗਤ ਸ਼ਹੀਦ ਆਜ਼ਮ ਭਗਤ ਸਿੰਘ ਜੀ, ਭਗਤ ਸਰਾਭੇ ਕਰਤਾਰ ਸਿੰਘ ਸਰਾਭਾ ਜੀ ਦਾ ਜ਼ਿਕਰ ਐਂਡ ਸ਼ਹੀਦ ਊਧਮ ਸਿੰਘ ਜੀ ਦਾ ਜ਼ਿਕਰ। ਭਗਤ ਸਰਾਭੇ ਅਸੀਂ ਊਧਮ ਦੇ ਵੀਰ, ਸਿਰਾਂ ਉੱਤੇ ਕਰਜ਼ੇ ਨੇ ਅੱਖਾਂ ਵਿੱਚ ਨੀਰ। ਭਗਤ ਸਰਾਭੇ ਅਸੀਂ ਊਧਮ ਦੇ ਵੀਰ, ਸਿਰਾਂ ਉੱਤੇ ਕਰਜ਼ੇ ਨੇ ਅੱਖਾਂ ਵਿੱਚ ਨੀਰ। ਜਾਨ ਤਲੀ ਉੱਤੇ ਲੈ ਕੇ ਦਿੱਲੀ ਵਿੱਚ ਬੈਠੇ, ਜਾਨ ਤਲੀ ਉੱਤੇ ਲੈ ਕੇ ਦਿੱਲੀ ਵਿੱਚ ਬੈਠੇ। ਹਿੰਦੂ ਮੁਸਲਿਮ, ਹਿੰਦੂ ਸਿੱਖ ਅਤੇ ਮੁਸਲਮਾਨ, ਜੈ ਜਵਾਨ ਜੈ ਕਿਸਾਨ। ਇਹ ਗੱਲਾਂ ਜੀ ਲਿਖ ਕੇ ਮੈਂ ਲੈ ਕੇ ਗਿਆ ਸੀ, ਅਤੇ ਉੱਥੇ ਸੁਣਿਆ, ਬੜਾ ਪਿਆਰ ਕੀਤਾ, ਸਿੱਖ ਕੇ ਬਹੁਤ ਕੁਛ ਆਇਆ ਉੱਥੋਂ। ਉਸ ਤੋਂ ਇਲਾਵਾ ਜਿਵੇਂ ਮਹਾਨ ਕਵੀ ਸੰਤ ਰਾਮ ਉਦਾਸੀ ਜੀ,
ਤੇ ਐਸੀ ਐਸੀ ਹੋਏ ਨੇ ਮੇਰੀ ਲੋਈ ਕੰਡੇ ਆ ਜਾਂਦੀ ਹੈ। ਜਿਹੜੇ ਵੀ ਹੁਣ ਸੁਣਨਗੇ ਦੇਖਣਗੇ ਤਾਂ ਮਹਿਸੂਸ ਕਰਨਗੇ ਵੀ ਗੱਲ ਕੀ ਲਿਖ ਕੇ ਗਏ ਨੇ। ਔਰ ਜਿਹੜੇ ਉਹਨਾਂ ਨੂੰ ਨਹੀਂ ਪੜ੍ਹਦੇ, ਨਵੀਂ ਜਨਰੇਸ਼ਨ, ਚਾਹੇ ਮੇਰੇ ਹਾਣੀ ਚਾਹੇ ਹੋਰ ਨਵੇਂ, ਮੈਂ ਕਹੂੰਗਾ ਵੀ ਪੜ੍ਹਿਆ ਕਰੋ ਇਹਨਾਂ ਨੂੰ, ਪਾਤਰ ਸਾਹਿਬ ਨੂੰ, ਕਾਨ ਸਿੰਘ ਨਾਭਾ ਜੀ ਨੂੰ, ਮੀਆਂ ਵਾਰਿਸ ਸ਼ਾਹ ਦੀ ਹੀਰ ਨੂੰ, ਬਾਬਾ ਬੁੱਲੇ ਸ਼ਾਹ ਨੂੰ, ਸ਼ਿਵ ਕੁਮਾਰ ਬਟਾਲਵੀ ਸਾਹਿਬ, ਇਹਨਾਂ ਨੂੰ ਪੜ੍ਹੋ। ਸੰਤ ਰਾਮ ਉਦਾਸੀ ਜੀ ਦਾ ਮਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ, ਮਾਂ ਧਰਤੀਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ, ਮਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਜੰਮਦੇ ਗੂਠੇ ਸੰਗੀਆਂ ਨੂੰ। ਧੀਆਂ ਦੀ ਗੱਲ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਜੰਮਦੇ ਗੂਠੇ ਸੰਗੀਆਂ ਨੂੰ, ਜਿੱਥੇ ਬਾਲ ਤਰਸਦੇ ਕੰਗੀਆਂ ਨੂੰ। ਗਰੀਬੀ ਦਾ ਜ਼ਿਕਰ ਕੀਤਾ ਉਹਨਾਂ ਨੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਜੰਮਦੇ ਗੂਠੇ ਸੰਗੀਆਂ ਨੂੰ, ਜਿੱਥੇ ਬਾਲ ਤਰਸਦੇ ਕੰਗੀਆਂ ਨੂੰ। ਅੱਖਾਂ ਚੁੰਨੀਆਂ ਨੱਕ ਵਗਦੇ ਦੰਦ ਕਰੇੜੇ, ਮਗਦਾ ਰਹੀਂ ਵੇ ਸੂਰਜਾ ਇਹਨਾਂ ਕੰਮੀਆਂ ਦੇ ਵਿਹੜੇ। ਕਾਰੋਬਾਰ ਸਭ ਦੇ ਚੱਲਦਾ ਰੱਖੀ, ਮਗਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ। ਧੀਆਂ ਦਾ ਜ਼ਿਕਰ ਇਹ ਸੀਗਾ। ਇੱਕ ਗੀਤ ਲਿਖਿਆ ਸੀ ਮੈਂ, ਸਾਡੇ ਘਰ ਦੇ ਵਿੱਚ ਹੁਣ 25 ਸਾਲ ਬਾਅਦ ਵੱਡੇ ਭਰਾ ਦੀ ਸ਼ਾਦੀ ਕੀਤੀ, ਬੱਚਾ ਹੋਇਆ ਤਾਂ ਉਹ ਧੀ ਹੋਈ ਆ। ਮੈਂ ਉਹਦੇ ਨਾਲ ਖੇਡਦਾ ਸੀ, ਲੋਹੜੀ ਦੇ ਦਿਨ ਜਨਵਰੀ 'ਚ ਲਿਖਿਆ ਸੀ ਉਹ ਗੀਤ। ਜੇ ਆਗਿਆ ਹੋਵੇ ਸੁਣਾਵਾਂ? ਸ਼ੁਕਰੀਆ। ਮਾਂ ਦੀ ਚੁੰਨੀ ਬਾਪੂ ਦੀ ਪੱਗ, ਮਾਂ ਦੀ ਚੁੰਨੀ ਬਾਪੂ ਦੀ ਪੱਗ, ਧੀ ਦਾ ਰੂਪ ਹੈ ਰੱਬ, ਜਿਵੇਂ ਤੁਸੀਂ ਹੋ। ਮਾਂ ਦੀ ਚੁੰਨੀ ਬਾਪੂ ਦੀ ਪੱਗ, ਧੀ ਦਾ ਰੂਪ ਹੈ ਰੱਬ, ਮਿਲਣ ਮੁਰਾਦਾਂ ਖੁਦਾ ਦੇ ਘਰ ਤੋਂ, ਮਿਲਣ ਨਾ ਲੱਖ ਕਰੋੜੀ। ਧੀਆਂ ਦੀ ਵੀ ਵੰਡਿਓ ਲੋਹੜੀ, ਇਹਨਾਂ ਧੀਆਂ ਦੀ ਵੀ ਵੰਡਿਆ ਕਰੋ ਲੋਹੜੀ। ਮੰਨਿਆ ਪੁੱਤ ਦੀ ਦਾਤ ਨਿਰਾਲੀ, ਰੱਬ ਪੁੱਤ ਸਾਰੇ ਕੁੱਲ ਆਵਾਮ ਨੂੰ ਦਵੇ, ਪੂਰੀ ਦੁਨੀਆ ਨੂੰ ਪੁੱਤ ਦਵੇ, ਪਰ ਨਾਲ ਧੀ ਵੀ ਦਵੇ। ਮੰਨਿਆ ਪੁੱਤ ਦੀ ਦਾਤ ਨਿਰਾਲੀ, ਬਿਨ ਧੀਆਂ ਦੇ ਘਰ ਰਹਿੰਦੇ ਖਾਲੀ। ਮੰਨਿਆ ਪੁੱਤ ਦੀ ਦਾਤ ਨਿਰਾਲੀ, ਬਿਨ ਧੀਆਂ ਦੇ ਘਰ ਰਹਿੰਦੇ ਖਾਲੀ। ਬੰਨਣ ਵੀਰ ਦੇ ਸਿਰ 'ਤੇ ਸਿਹਰਾ, ਗਾਵਣ ਸ਼ਗਨਾਂ ਦੀ ਘੋੜੀ। ਧੀਆਂ ਦੀ ਵੀ ਵੰਡਿਓ ਲੋਹੜੀ, ਇਹਨਾਂ ਧੀਆਂ ਧਿਆਣੀਆਂ ਦੀ ਵੀ ਵੰਡਿਓ ਲੋਹੜੀ। ਧੀਆਂ ਨੂੰ ਸਤਿਕਾਰ ਹੋਵੇ, ਪਿਆਰ ਹੋਵੇ, ਸਦਾ ਸਲਾਮਤ ਰਹਿਣ ਮੇਰੇ ਦੇਸ਼ ਦੀਆਂ ਧੀਆਂ। ਕੀ ਬਾਤ ਹੈ ਵੀਰ ਜੀ। ਦਰਸ਼ਕੋ, ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਵੀਡੀਓ ਨੂੰ ਜੇ ਸ਼ੁਰੂ ਤੋਂ ਦੇਖ ਰਹੇ ਹੋ ਨਾ ਤਾਂ ਪੂਰੀ ਦੇਖਿਓ, ਕਿਉਂਕਿ ਗੱਲਾਂ ਐਸੀਆਂ ਨੇ, ਐਸੇ ਸ਼ਬਦ ਨੇ ਤੇ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ। ਮੈਂ ਕਹਿੰਦੀ ਇੰਨੀਆਂ ਡੀਪ ਗੱਲਾਂ ਨੇ ਨਾ, ਇੰਨੀਆਂ ਗਹਿਰੀਆਂ ਡੂੰਘੀਆਂ ਗੱਲਾਂ ਨੇ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਵੀਰ ਜੀ। ਮੈਂ ਕਹਿੰਦੀ ਬਹੁਤ ਜੀ ਬਿਲਕੁਲ। ਉਹ ਕਹਿੰਦੇ ਮੈਂ ਹੋਰ ਬੋਲਾ ਲਿਆਓ, ਇੱਕ ਹੋਰ ਸਿੱਖ ਦੇ ਦਿਓ। ਅਰੇ ਨਹੀਂ, ਸਿੱਖ ਨਹੀਂ, ਮੈਂ ਸਪੀਕੀ ਕਿ ਮੈਂ ਖੁਦ ਸਟੂਡੈਂਟ ਹਾਂ, ਮੈਂ ਕੀ ਸਿਖਾ ਸਕਦਾ? ਇਹ ਸਾਰੇ ਸਿੱਖੇ ਸਿਖਾਏ ਨੇ ਬਾਬਾ ਜੀ, ਇਹਨਾਂ ਨੂੰ ਕੀ ਸਿਖਾ ਸਕਦੇ ਹਾਂ? ਨਵਾਂ ਯੁੱਗ ਹੈ, ਨਵਾਂ ਸਭ ਕੁਝ ਜਾਣਦੇ ਆ ਮੁੰਡੇ। ਕਹਿਣ ਤੋਂ ਭਾਵ ਕਈ ਵਾਰੀ ਤੁਸੀਂ ਦੇਖਿਆ ਹੋ ਨਾ, ਜਿੱਦਾਂ ਆਪਾਂ ਜਾਂਦੇ ਹਾਂ ਕਈ ਜਗ੍ਹਾ 'ਤੇ, ਉੱਥੇ ਕਿਸੇ ਨੇ ਕੁਛ ਦਿੱਤਾ ਹੁੰਦਾ ਤਾਂ ਉੱਤੇ ਨਾਮ ਲਿਖਿਆ ਹੁੰਦਾ, ਵਾਟਰ ਕੂਲਰ 'ਤੇ ਫਲਾਨਾ ਸਿੰਘ, ਫਲਾਨਾ ਜੋ ਵੀ ਆ ਇਹਨਾਂ ਨੇ ਸੇਵਾ ਕੀਤੀ, ਫਲਾਨਾ ਸਿੰਘ ਕੈਨੇਡਾ ਵਾਲੇ, ਕਿਤੇ ਪੱਖੇ ਲੱਗੇ ਹੁੰਦੇ ਨੇ। ਤੁਸੀਂ ਦੇਖਿਆ ਹੋਊਗਾ ਇਹ ਜ਼ਿਕਰ, ਮੈਂ ਵੀ ਦੇਖਿਆ। ਅਸੀਂ ਇੱਕ ਵਾਰੀ ਨਾ ਜਾ ਰਹੇ ਸੀ ਸਟੇਜ 'ਤੇ, ਸਟੇਜ ਸ਼ੋਅ ਕਰਨ, ਕਿਸੇ ਪਿੰਡ ਵਿੱਚ ਦੀ ਲੰਘੇ ਤਾਂ ਉੱਥੇ ਇੱਕ ਦਰਵਾਜ਼ਾ ਆ, ਉਹ ਸੀ ਜਿੱਥੇ ਜਾ ਕੇ ਸਾਰਿਆਂ ਦੇ ਸਫ਼ਰ ਖਤਮ ਹੋ ਜਾਂਦਾ, ਜਿੱਥੇ ਜਾ ਕੇ ਊਚ ਨੀਚ ਦਾ ਸਫ਼ਰ ਖਤਮ ਹੋ ਜਾਂਦਾ। ਉਹ ਗੇਟ ਸੀ ਸ਼ਮਸ਼ਾਨ ਘਾਟ। ਮੈਨੂੰ ਆਖਰੀ ਘਰ ਬੋਲਦਾ ਹੁੰਦਾ, ਸ਼ਮਸ਼ਾਨ ਘਾਟ, ਹੈ ਨਾ। ਅਤੇ ਉੱਥੇ ਵੀ ਨਾਮ ਲਿਖਿਆ ਹੋਇਆ ਸੀ ਕਿਸੇ ਬੰਦੇ ਦਾ, ਵੀ ਇਹ ਗੇਟ ਅਸੀਂ ਆਪਦੇ ਦਾਦੇ ਦੇ ਬਾਬੇ ਦੇ ਯਾਦ ਚਲਵਾਇਆ, ਕੁਛ ਵੀ। ਔਰ ਉਹ ਕੈਨੇਡਾ ਤੋਂ ਸੀਗੇ, ਲਿਖਿਆ ਹੋਇਆ ਸੀਗਾ। ਮੈਂ ਗੱਲ ਸੰਭਾਲ ਕੇ ਰੱਖੀ, ਮੈਂ ਕਿਹਾ ਯਾਰ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਜੇ ਸੱਜੇ ਹੱਥ ਨਾ ਦੇ ਤਾਂ ਕੁਛ ਖੱਬੇ ਨੂੰ ਨਾ ਪਤਾ ਲੱਗੇ। ਦੇ ਤਾਂ ਕਰ ਦਰਿਆ ਮੇਂ ਡਾਲ, ਯਸ ਹੈ, ਇੱਦਾਂ ਕਹਿ ਲਓ, ਨੇਕੀ ਕਰ ਦਰਿਆ ਮੇਂ ਡਾਲ, ਕੂਏ ਮੇਂ ਡਾਲ, ਕੁਛ ਐਂ ਜੇ ਕਹਿੰਦੇ ਹੁੰਦੇ ਆ। ਉੱਥੋਂ ਗੱਲਾਂ ਇਹ ਲਿਖੀਆਂ ਵੀ ਗੁਰੂ ਘਰੇ ਦੇ ਕੇ ਕੁਛ ਨਾਮ ਨਹੀਂ ਲਿਖਾਈਦਾ। ਮੇਰਾ ਖਿਆਲ ਹੈ, ਕਿਸੇ ਨੂੰ ਮੈਂ ਨਹੀਂ ਕਹਿ ਸਕਦਾ। ਗੁਰੂ ਘਰੇ ਦੇਤਾ ਉੱਪਰ ਨਾਮ ਨਹੀਂ ਲਿਖਾਈਦਾ, ਗੁਰੂ ਦੇ ਦੁਆਰੇ ਉੱਤੇ ਸਾਹਿਬ ਨਹੀਂ ਕਹਾਈਦਾ। ਕਈ ਉੱਥੇ ਵੀ ਸਾਹਿਬ ਬਣ ਕੇ ਜਾਂਦੇ ਆ। ਗੁਰੂ ਘਰੇ ਦੇਤਾ ਉੱਤੇ ਨਾਮ ਨਹੀਂ ਲਿਖਾਈਦਾ, ਗੁਰੂ ਦੇ ਦੁਆਰੇ ਉੱਤੇ ਸਾਹਿਬ ਨਹੀਂ ਕਹਾਈਦਾ। ਕਰ ਦਈਏ ਮਦਦ ਜੇ ਕਿਸੇ ਵੀ ਗਰੀਬ ਦੀ, ਕੀਤੀ ਹੋਈ ਮਦਦ ਨੂੰ ਐਵੇਂ ਨਹੀਂ ਸੁਣਾਈਦਾ। ਕਈ ਬੰਦੇ ਕਰਦੇ ਹੋ, ਤੈਨੂੰ ਆ ਦਿੱਤਾ ਓਏ, ਤੈਨੂੰ ਆ ਦਿੱਤਾ। ਚੰਗੀ ਗੱਲ ਕਹੀ ਹੈ ਤੁਸੀਂ। ਗੁਰੂ ਘਰੇ ਦੇਤਾ ਉੱਤੇ ਨਾਮ ਨਹੀਂ ਲਿਖਾਈਦਾ, ਗੁਰੂ ਦੇ ਦੁਆਰੇ ਕਦੇ ਸਾਹਿਬ ਨਹੀਂ ਕਹਾਈਦਾ। ਕਰ ਦਈਏ ਮਦਦ ਜੇ ਕਿਸੇ ਵੀ ਗਰੀਬ ਦੀ, ਕੀਤੀ ਹੋਈ ਮਦਦ ਨੂੰ ਐਵੇਂ ਨਹੀਂ ਸੁਣਾਈਦਾ। ਖੁਸ਼ੀਆਂ 'ਚ ਵਾਧਾ ਹੋਵੇ, ਵਿਆਹ ਭਾਵੇਂ ਸਾਦਾ ਹੋਵੇ। ਖੁਸ਼ੀਆਂ 'ਚ ਵਾਧਾ ਹੋਵੇ, ਵਿਆਹ ਭਾਵੇਂ ਸਾਦਾ ਹੋਵੇ। ਔਖੇ ਸੌਖੇ ਵੇਲੇ ਵਿੱਚ ਜਿਹੜੇ ਘਰੋਂ ਖਾਧਾ ਹੋਵੇ। ਖੁਸ਼ੀਆਂ 'ਚ ਵਾਧਾ ਹੋਵੇ, ਵਿਆਹ ਭਾਵੇਂ ਸਾਦਾ ਹੋਵੇ। ਔਖੇ ਸੌਖੇ ਵੇਲੇ ਵਿੱਚ ਜਿਹੜੇ ਘਰੋਂ ਖਾਧਾ ਹੋਵੇ। ਸੁਣ ਮੇਰੇ ਮਿੱਤਰਾ, ਉਹ ਘਰ ਨਹੀਂ ਭੁਲਾਈਦਾ, ਬਾਬਿਆਂ ਨੂੰ ਦੇਤਾ ਫਿਰ ਨਾਮ ਨਹੀਂ ਲਿਖਾਈਦਾ। ਧੀ ਅੱਗੇ ਲਿਖਿਆ ਸੀ,
ਝਾਤੀ ਮਾਰ ਵੇਖ ਲਈਏ ਆਪਣੇ ਚਫੇਰੇ ਵਿੱਚ, ਝਾਤੀ ਮਾਰ ਵੇਖ ਲਈਏ ਆਪਣੇ ਚਫੇਰੇ ਵਿੱਚ, ਜਿਹੜਾ ਬੋਲੇ ਤੇਰੇ ਵਿੱਚ ਉਹੀ ਬੋਲੇ ਮੇਰੇ ਵਿੱਚ। ਝਾਤੀ ਮਾਰ ਵੇਖ ਲਈਏ ਆਪਣੇ ਚਫੇਰੇ ਵਿੱਚ, ਜਿਹੜਾ ਬੋਲੇ ਤੇਰੇ ਵਿੱਚ ਭਾਈ ਉਹੀ ਬੋਲੇ ਮੇਰੇ ਵਿੱਚ। ਧਰਮਾਂ ਤੇ ਜਾਤਾਂ ਵਾਲਾ ਦੰਗਾ ਨਹੀਂ ਕਰਾਈਦਾ, ਬਾਬਿਆਂ ਨੂੰ ਦੇਤਾ ਉੱਤੇ ਨਾਮ ਨਹੀਂ ਲਿਖਾਈਦਾ। ਕਿਸੇ ਦੇ ਵਿਆਹ ਵਿੱਚ ਜਾ ਕੇ ਕਰੀਏ ਨਾ ਫੈਰ, ਇਹ ਹੁੰਦਾ ਨਾ, ਕਈ ਨੁਕਸਾਨ ਵੀ ਹੋਏ ਨੇ। ਵਿਆਹਾਂ ਵਿੱਚ ਜਾ ਕੇ ਐਵੇਂ ਕਰੀਏ ਨਾ ਫੈਰ, ਕਿਸੇ ਦੀਆਂ ਖੁਸ਼ੀਆਂ 'ਚ ਭਰੀਏ ਨਾ ਜ਼ਹਿਰ। ਖੁਸ਼ੀ ਵਾਲੇ ਘਰ ਨੂੰ ਮਾਤਮ ਨਹੀਂ ਬਣਾਈਦਾ, ਬਾਬਿਆਂ ਨੂੰ ਦੇਤਾ ਜਦੋਂ ਫਿਰ ਨਾਮ ਨਹੀਂ ਲਿਖਾਈਦਾ। ਚੱਕਵੇਂ ਜੇ ਗਾਣੇ ਸੁਣ ਅੱਤ ਨਹੀਂ ਉਹ ਚੱਕੀ ਦੀ, ਸਟੇਜ ਉੱਤੇ ਨੱਚਦੀ ਤੇ ਅੱਖ ਨਹੀਂ ਉਹ ਰੱਖੀ ਦੀ। ਚੱਕਵੇਂ ਜੇ ਗਾਣੇ ਸੁਣ ਅੱਤ ਨਹੀਂ ਉਹ ਚੱਕੀ ਦੀ, ਸਟੇਜ ਉੱਤੇ ਨੱਚਦੀ ਤੇ ਅੱਖ ਨਹੀਂ ਉਹ ਰੱਖੀ ਦੀ। ਕਿਸੇ ਦੀ ਮਜਬੂਰੀ ਦਾ ਲਾਭ ਨਹੀਂ ਉਠਾਈਦਾ, ਬਾਬਿਆਂ ਨੂੰ ਦੇਤਾ ਫਿਰ ਨਾਮ ਨਹੀਂ ਲਿਖਾਈਦਾ। ਗੁਰੂ ਦੇ ਦੁਆਰੇ ਕਦੇ ਵੀ ਸਾਹਬ ਨਹੀਂ ਕਹਾਈਦਾ। ਨੌਕਰ ਬਣੇ ਰਹੀਏ, ਸੇਵਾਦਾਰ ਬਣੇ ਰਹੀਏ, ਸੇਵਾਦਾਰੀ ਦੇ ਵਿੱਚ ਹੀ ਫਾਇਦਾ ਭੋਲਿਆ, ਹੋਰ ਇੱਥੇ ਹੈਗਾ ਕੀ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਏਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਨੰਬਰ ਵਿੱਚ ਦਿੱਤਾ ਜਿੰਨੀ ਕੁ ਬਣਦੀ ਮਦਦ ਹੈ ਮੈਂ ਕਹਿੰਦੀ ਵੀਰ ਜੀ ਤੱਕ ਪਹੁੰਚਾਈ ਜਾਵੇ। ਵੀਰ ਜੀ ਦਾ ਨਾਮ ਹੈ ਅਵਿਰਾਜ ਅਤੇ ਬਹੁਤ ਸੋਹਣਾ ਗਾਉਂਦੇ ਨੇ, ਤੁਸੀਂ ਸੁਣਿਆ, ਅਤੇ ਆਵਾਜ਼ਾਂ ਵੀ ਕੱਢਦੇ ਨੇ। ਮਿਲ ਕੇ ਵੀ ਆਏ ਹੋਏ ਨੇ ਗੁਰਦਾਸ ਮਾਨ ਜੀ ਨੂੰ। ਮੈਂ ਕਹਿੰਦੀ ਹਾਂ, ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ। ਵੀਡੀਓ ਨੂੰ ਸ਼ੇਅਰ ਕਰ ਦਿਓ, ਕਿਉਂਕਿ ਇੱਕ ਸ਼ੇਅਰ ਨਾਲ ਨਾ ਮੈਂ ਕਹਿੰਦੀ ਕੋਈ ਹੋਰ ਮਦਦ ਨਹੀਂ ਨਾ ਕਰ ਸਕਦੇ ਤੁਸੀਂ, ਇੱਕ ਸ਼ੇਅਰ ਨਾਲ ਬਹੁਤ ਵੱਡੀ ਮਦਦ ਕਰ ਦਿੰਦੇ ਹੋ ਅਗਲੇ ਦੀ, ਤਾਂ ਕਿ ਉਹਨੂੰ ਕੋਈ ਹੋਰ ਜਾਣਾ ਵੀ ਜਿਹੜਾ ਉਹ ਦੇਖ ਸਕੇ। ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।